ਦੀ ਜਿਹੜੀ ਇੰਪੋਰਟੈਂਸ ਆ। ਭਾਈ ਜੇਠਾ ਗੁਰੂ ਅਮਰਦਾਸ ਜਦੋਂ ਹੁੰਦੇ ਨੇ, ਯਾਨੀ ਕਿ ਜਦੋਂ ਗੁਰੂ ਨਾਨਕ ਦੀ ਹੀ ਜੋਤ ਉਹਨਾਂ ਵਿੱਚ ਜਾਂਦੀ ਹੈ ਤਾਂ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਨੇ ਉਹ ਬਣ ਜਾਂਦੇ ਨੇ। ਜਦੋਂ ਤੱਕ, ਕਿਉਂਕਿ ਗੁਰੂ ਨਾਨਕ ਦੀ ਜੋਤ ਗੁਰੂ ਨਾਨਕ ਦੇ ਵਿੱਚ ਹੈ, ਉਹ ਜਦੋਂ ਗੁਰੂ ਅੰਗਦ ਦੇ ਵਿੱਚ ਜਾਂਦੀ ਹੈ ਤਾਂ ਕਿਆ ਗੁਰੂ ਅੰਗਦ ਦੇ ਵਿੱਚ ਫਿਰ 2 ਜੋਤਾਂ ਹੋ ਜਾਂਦੀਆਂ? ਸੋ ਇਸ ਤਰੀਕੇ ਨਾਲ ਜਦੋਂ ਅੱਗੇ ਦੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ ਨਾ, ਤਾਂ ਉਹ ਜਿਹੜਾ DNA ਹੈ ਉਹ ਬਦਲਦਾ ਨਹੀਂ, ਉਹ DNA ਉਹ ਚੱਲਦਾ ਰਹਿੰਦਾ ਆ। ਜਿਹੜਾ ਇੱਕ ਰੂਹਾਨੀਅਤ ਹੈ ਉਹਦਾ ਆਪਣਾ ਇੱਕ DNA, ਉਹਦੀ ਆਪਣੀ ਇੱਕ ਮੈਮਰੀ ਹੈ। ਗੁਰੂ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਗੁਰੂ ਅਮਰਦਾਸ ਮਹਾਰਾਜ ਨਾਲ ਆਪਣੀ ਜਿਹੜੀ ਮਿਲਣੀ ਹੈ ਉਹਦਾ ਜ਼ਿਕਰ ਕਰਦੇ ਨੇ ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚ ਉਹ ਦਰਜ ਕਰਦੇ ਨੇ। ਉਹ ਕਹਿੰਦੇ ਨੇ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸकी सेवा ते हम हर नाम लिवलाई। धन धन हर ज्ञानी सतगुर हमारा, जिन वैरी मित्र हमको सब समदृष्ट दिखाई। धन धन सतगुर मित्र हमारा, जिन हर नाम सियो हमारी प्रीत बनाई। जिन्हां ने जिस ज्ञान नूं पाउण तो बाद, उस ज्ञानी सतगुरु की शरण जाण तो बाद मैनू वैरी ਤੇ ਮਿੱਤਰ ਸਭ ਸਮਦ੍ਰਿਸ਼ਟ ਮਤਲਬ ਇਕੁਅਲ ਦਿਖਣੇ ਸ਼ੁਰੂ ਹੋ ਗਏ। ਤਾਂ ਉਦੋਂ ਨਿਰਭਉਤਾ ਆਉਣੀ ਲਾਜ਼ਮੀ ਹੋ ਜਾਂਦੀ ਹੈ, ਕਿਉਂਕਿ ਬੰਦਾ ਭਉ ਦੇ ਵਿੱਚ ਉਦੋਂ ਹੁੰਦਾ ਜਦੋਂ ਉਹਨੂੰ ਲੱਗਦਾ ਹੈ ਕਿ ਮੇਰੇ ਉੱਤੇ ਕੋਈ ਇਨਸਾਨ ਜਿਹੜਾ ਮੇਰੇ ਤੋਂ ਜ਼ਿਆਦਾ ਅਮੀਰ ਜਾਂ ਮੇਰੇ ਤੋਂ ਜ਼ਿਆਦਾ ਤਾਕਤਵਰ, ਉਹ ਮੇਰੇ ਉੱਤੇ ਕਾਬਜ਼ ਹੈ। ਉਹਨੇ ਜੋ ਮੈਨੂੰ ਕਹਿਣਾ ਮੈਨੂੰ ਉਹ ਕਰਨਾ ਪੈਣਾ, ਇਸ ਕਰਕੇ ਮੈਨੂੰ ਉਸ ਵੱਡੇ ਬੰਦੇ ਦੇ ਭੈ ਦੇ ਵਿੱਚ ਰਹਿਣਾ ਪੈਂਦਾ। ਪਰ ਜਦੋਂ ਮੈਨੂੰ ਇਹ ਲੱਗਣ ਲੱਗ ਗਿਆ ਕਿ ਮੇਰਾ ਤਾਂ ਇੱਕੋ ਹੀ ਇੱਕ ਜਿਹੜਾ ਹੈ ਉਹ ਮੇਰਾ ਲੀਡਰ ਹੈ, ਉਹ ਹੈ ਅਕਾਲ ਪੁਰਖ ਖੁਦ। ਤੇ ਜਿਸ ਦਾ ਲੀਡਰ ਅਕਾਲ ਪੁਰਖ ਹੋਊਗਾ, ਜਿਹੜਾ ਮੰਨਦਾ ਅਕਾਲ ਪੁਰਖ ਨੂੰ ਹੋਊਗਾ, ਜਿਹਦੀ ਗਵਰਨਮੈਂਟ ਅਕਾਲ ਪੁਰਖ ਹੋਊਗੀ, ਉਹਨੂੰ ਫਿਰ ਕਿਸੇ ਦਾ ਡਰ ਨਹੀਂ ਰਹਿ ਜਾਂਦਾ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ ਸਪੋਟੀਫਾਈ, ਗੂਗਲ ਪੋਡਕਾਸਟ, ਐਮਾਜ਼ਨ ਆਡੀਬਲ ਅਤੇ ਐਪਲ ਪੋਡਕਾਸਟ ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਜੀ। ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਆਪ ਸਭ ਦੀ ਜਿਹੜਾ ਸ਼ੁਕਰਗੁਜ਼ਾਰ ਹਾਂ ਕਿ ਜਿਹੜੀਆਂ ਤੁਸੀਂ ਸਾਨੂੰ ਈਮੇਲਸ ਕਰਦੇ ਆ ਜਾਂ ਸਾਨੂੰ ਆਪਣੇ ਜਿਹੜੇ ਸੁਝਾਅ ਭੇਜਦੇ ਆ, ਕੁਐਸਚਨਸ ਭੇਜਦੇ ਆ, ਉਹਨਾਂ ਕੁਐਸਚਨਸ ਦੇ ਸਦਕਾ, ਉਹਨਾਂ ਸੁਝਾਵਾਂ ਦੇ ਸਦਕਾ ਹੀ ਜਿਹੜਾ ਇਹ ਪ੍ਰੋਗਰਾਮ ਚੱਲ ਰਿਹਾ। ਤੋ ਇਹ ਮੇਰੀ ਆਪ ਸਭ ਨੂੰ ਅਰਜ਼ ਵੀ ਹੈ, ਇਹ ਮੇਰੀ ਰਿਕੁਐਸਟ ਵੀ ਹੈ ਕਿ ਤੁਸੀਂ ਪਲੀਜ਼ ਜਿਹੜੀਆਂ ਆਪਣੀਆਂ ਈਮੇਲਸ ਆਓ ਸਾਨੂੰ ਜ਼ਰੂਰ ਭੇਜਦੇ ਰਿਹਾ ਕਰੋ। ਮੈਂ ਤੁਹਾਡੇ ਕੋਲੇ ਹੋਰ ਕੁਝ ਨਹੀਂ ਮੰਗਦੀ, ਸਿਰਫ ਇਹੀ ਮੰਗਦੀ ਹਾਂ ਕਿ ਜਿਹੜੀਆਂ ਤੁਹਾਡੀਆਂ ਈਮੇਲਸ ਨੇ, ਕਿਉਂਕਿ ਉਹਨਾਂ ਈਮੇਲਸ ਦੇ ਵਿੱਚੋਂ ਹੀ ਮੈਨੂੰ ਕੌਨਫੀਡੈਂਸ ਆਉਂਦਾ, ਮੈਨੂੰ ਪਤਾ ਲੱਗਦਾ ਕਿ ਮੈਂ ਕੀ ਸਹੀ ਕਰ ਰਹੀ ਹਾਂ, ਕੀ ਗਲਤ ਕਰ ਰਹੀ ਹਾਂ, ਕਿੱਥੇ ਇੰਪਰੂਵਮੈਂਟ ਦੀ ਲੋੜ ਹੈ ਜਾਂ ਹੋਰ ਕਿਹੜੇ ਟੌਪਿਕਸ ਜਿਹੜੇ ਨੇ ਉਹਨਾਂ ਉੱਤੇ ਕੰਮ ਕਰਨ ਦੀ ਜ਼ਰੂਰਤ ਹੈ। ਤਾਂ ਤੁਹਾਡੀਆਂ ਈਮੇਲਸ ਜਿਹੜੀਆਂ ਉਹ ਆਪਣੇ ਆਪ ਵਿੱਚ ਬਹੁਤ ਇੰਪੋਰਟੈਂਟ ਨੇ, ਬਹੁਤ ਬੇਸ਼ਕੀਮਤੀ ਨੇ ਇਸ ਪ੍ਰੋਗਰਾਮ ਦੀ ਸਾਰਥਕਤਾ ਦੇ ਲਈ, ਕਿਉਂਕਿ ਅਦਰਵਾਈਜ਼ ਮੈਂ ਇਕੱਲੀ ਆ ਕੇ ਬੋਲ ਕੇ ਚਲੀ ਜਾਵਾਂ ਤਾਂ ਉਹਦਾ ਕੋਈ ਫਰਕ ਪੈਣਾ ਨਹੀਂ, ਉਹਦਾ ਕੋਈ ਫਾਇਦਾ ਹੋਣਾ ਨਹੀਂ। ਮੈਨੂੰ ਵੀ ਪਤਾ ਨਹੀਂ ਲੱਗਣਾ ਕਿ ਮੈਂ ਕਿੱਥੇ ਗਲਤ ਬੋਲਿਆ। ਮੈਨੂੰ ਫਿਰ ਹੌਲੀ ਕਰਕੇ ਇਹੀ ਸ਼ਾਇਦ ਹੰਕਾਰ ਦਾ ਕਾਰਨ ਬਣ ਜਾਂਦਾ ਹੁੰਦਾ। ਜਦੋਂ ਬੰਦੇ ਨੂੰ ਇਹ ਲੱਗਣ ਲੱਗ ਜਾਏ ਕਿ ਮੇਰੇ ਉੱਤੇ ਤਾਂ ਕੋਈ ਸਵਾਲ ਕਰਦਾ ਹੀ ਨਹੀਂ, ਤਾਂ ਫਿਰ ਉਹ ਉੱਥੋਂ ਹੌਲੀ ਫਿਰ ਉੱਥੋਂ ਹੀ ਹੰਕਾਰ ਦਾ ਮੁੱਢ ਵੱਜਦਾ ਅਤੇ ਜਾਂ ਸਾਰੇ ਬੱਲੇ ਬੱਲੇ ਕਰੀ ਜਾਣ ਕਿ ਵਾਹ ਜੀ ਵਾਹ, ਬਹੁਤ ਸੋਹਣਾ ਬਹੁਤ ਸੋਹਣਾ, ਇਹਦੇ ਵਿੱਚ ਤਾਂ ਕੋਈ ਕਮੀ ਨਹੀਂ। ਕਿਉਂਕਿ ਇਨਸਾਨ ਹਾਂ ਅਤੇ ਇਨਸਾਨ ਹੋਣ ਦੇ ਨਾਤੇ ਗਲਤੀਆਂ ਵੀ ਹੁੰਦੀਆਂ ਹੋਣਗੀਆਂ, ਕਮੀਆਂ ਵੀ ਰਹਿੰਦੀਆਂ ਹੋਣਗੀਆਂ। ਆਪ ਸੁਣ ਕੇ ਕਈ ਵਾਰੀ ਸਮਝ ਨਹੀਂ ਲੱਗਦੀ, ਕਿਉਂਕਿ ਜੇ ਇੰਨੀ ਮੱਤ ਹੋਵੇ ਤਾਂ ਪਹਿਲਾਂ ਹੀ ਮੈਂ ਸਹੀ ਕਰਦੀ। ਤਾਂ ਇਸ ਕਰਕੇ ਆਪਣੀਆਂ ਈਮੇਲ ਜ਼ਰੂਰ ਸਾਨੂੰ ਭੇਜਦੇ ਰਿਹਾ ਕਰੋ। ਮੈਨੂੰ ਹਰ ਐਪੀਸੋਡ ਦੇ ਟੈਲੀਕਾਸਟ ਹੋਣ ਤੋਂ ਬਾਅਦ ਆਪ ਜੀ ਦੀਆਂ ਈਮੇਲਸ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਆ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਜਦੋਂ ਆਪਾਂ ਪਿਛਲਾ ਐਪੀਸੋਡ ਜਿੱਥੇ ਛੱਡਿਆ ਸੀ, ਅੱਜ ਉੱਥੋਂ ਹੀ ਆਪਾਂ ਅੱਗੇ ਚੱਲਾਂਗੇ, ਕਿਉਂਕਿ ਆਪਾਂ ਗੁਰੂ ਰਾਮਦਾਸ ਮਹਾਰਾਜ ਦੀ ਗੱਲ ਕਰ ਰਹੇ ਹਾਂ। ਔਰ ਜਿਹੜੀ ਪਹਿਲੀ ਗੱਲ ਕਰ ਰਹੇ ਹਾਂ ਉਹ ਆਪਾਂ ਇਹ ਕਰ ਰਹੇ ਹਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਦਾ ਭਾਈ ਜੇਠਾ ਤੋਂ ਗੁਰੂ ਰਾਮਦਾਸ ਹੋਣ ਦਾ ਸਫ਼ਰ। ਸਭ ਤੋਂ ਪਹਿਲੀ ਗੱਲ ਤਾਂ ਇਹੀ ਸਮਝਣੀ ਬੜੀ ਜ਼ਰੂਰੀ ਹੈ ਔਰ ਇਸੇ ਚੀਜ਼ ਨੂੰ ਹੀ ਆਪਾਂ ਅੱਗੇ ਲੈ ਕੇ ਚੱਲਾਂਗੇ। ਪਿਛਲੇ ਐਪੀਸੋਡ ਦੇ ਵਿੱਚ ਗੱਲ ਕੀਤੀ ਸੀਗੀ ਕਿ ਗੁਰੂ ਨਾਨਕ ਦੇ ਘਰ ਦੇ ਸਿਧਾਂਤਾਂ ਦੇ ਅਕੋਰਡਿੰਗ ਜਦੋਂ ਜੇਠਾ ਜੀ ਜਿਹੜੇ ਨੇ ਉਹ
ਗੁਰੂ ਮਹਾਰਾਜ ਦੇ ਘਰ ਆ ਜਾਂਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਰਨ ਆ ਜਾਂਦੇ ਨੇ, ਤਾਂ ਉਹ ਗੁਰੂ ਨਾਨਕ ਦੇ ਘਰ ਦੇ ਨਿਯਮਾਂ ਦੇ ਸਿਧਾਂਤਾਂ ਦੇ ਅਕੋਰਡਿੰਗ ਆਪਣਾ ਜੀਵਨ ਕਿੱਦਾਂ ਬਤੀਤ ਕਰਦੇ ਨੇ। ਔਰ ਉਹਦੇ ਵਿੱਚ ਆਪਾਂ ਗੱਲ ਕੀਤੀ ਸੀ ਉਹਨਾਂ ਦੀ ਅਣਥੱਕ ਸੇਵਾ ਦੀ, ਅਤੇ ਨਾਲ ਹੀ ਆਪਾਂ ਗੱਲ ਕੀਤੀ ਸੀ ਕਿ ਜਿਹੜੀ ਇੱਕ ਦੇਹ ਵਾਸਨਾ ਹੁੰਦੀ ਹੈ ਨਾ, ਜਿਹਦੇ ਵਿੱਚ ਹੰਕਾਰ ਉਪਜਦਾ ਹੈ ਕਿ ਮੇਰੀ ਆਹ ਗੋਤ ਹੈ, ਮੇਰਾ ਇਹ ਪਰਿਵਾਰ ਹੈ, ਮੇਰੀ ਆਈਡੈਂਟੀਟੀ ਹੈ, ਉਹਦੇ ਵਿੱਚ ਜੋ ਹੰਕਾਰ ਉਪਜਦਾ ਹੈ, ਉਹਨਾਂ ਨੇ ਉਸ ਹੰਕਾਰ ਦੇ ਉੱਤੇ ਵੀ ਵਿਜੇ ਪ੍ਰਾਪਤ ਕੀਤੀ ਹੋਈ ਸੀ, ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੋਈ ਸੀ, ਉਹ ਜਿੱਤੇ ਹੋਏ ਸੀ ਉਹਦੇ ਉੱਤੋਂ ਵੀ। ਔਰ ਉਹ ਹੁੰਦਾ ਸਿਰਫ ਗੁਰੂ ਨਾਨਕ ਦੇ ਘਰ ਦੇ ਵਿੱਚ ਆ ਕੇ ਹੀ ਹੈ। ਅੱਜ ਵਾਲਾ ਜਿਹੜਾ ਐਪੀਸੋਡ ਹੈ ਉਹ ਆਪਾਂ ਗੱਲ ਕਰਨੀ ਹੈ ਕਿ ਇਸੇ ਨਿਰੰਤਰਤਾ ਦੀ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਜੋਤ ਅੱਗੇ ਜਾਂਦੀ ਆ, ਜੋਤ ਦੀ ਜਿਹੜੀ ਇੰਪੋਰਟੈਂਸ ਆ। ਭਾਈ ਜੇਠਾ ਗੁਰੂ ਅਮਰਦਾਸ ਜਦੋਂ ਹੁੰਦੇ ਨੇ, ਯਾਨੀ ਕਿ ਜਦੋਂ ਗੁਰੂ ਨਾਨਕ ਦੀ ਹੀ ਜੋਤ ਉਹਨਾਂ ਵਿੱਚ ਜਾਂਦੀ ਹੈ, ਤਾਂ ਉਹ ਗੁਰੂ ਰਾਮਦਾਸ ਪਾਤਸ਼ਾਹ ਜਿਹੜੇ ਨੇ ਉਹ ਬਣ ਜਾਂਦੇ ਨੇ। ਹੁਣ ਇਹਦੇ 'ਚ ਅੱਜ ਬੜੀਆਂ ਇੰਪੋਰਟੈਂਟ ਗੱਲਾਂ ਕਰਨੀਆਂ ਹੈ, ਸ਼ਾਇਦ ਇੱਕ ਬੜਾ ਇੰਪੋਰਟੈਂਟ ਸਵਾਲ ਵੀ ਹੈ, ਅਤੇ ਜੋ ਸਿਰਫ ਜਿਸ ਦਾ ਜਵਾਬ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਵਿੱਚੋਂ ਹੀ ਮਿਲਦਾ। ਪਹਿਲਾ ਸਵਾਲ ਹੀ ਇਹ ਹੈ ਕਿ ਜੋਤ ਹੈ ਕੀ? ਇਹ ਸਵਾਲ ਇੰਪੋਰਟੈਂਟ ਇਸ ਕਰਕੇ ਹੈ ਕਿਉਂਕਿ ਬਹੁਤ ਵਾਰ ਇਹ ਸਵਾਲ ਮੈਨੂੰ ਪੁੱਛਿਆ ਵੀ ਗਿਆ, ਜਦੋਂ ਮੈਂ ਇੱਕ ਗੱਲ ਬਾਰ-ਬਾਰ ਬੋਲਦੀ ਹਾਂ ਕਿ ਗੁਰੂ ਜੋਤ ਦੀ ਨਿਰੰਤਰਤਾ ਸਾਨੂੰ ਸਮਝਣੀ ਪਊਗੀ। ਇਹਦਾ ਮਤਲਬ ਇਹ ਹੈ ਕਿ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਅਲੱਗ ਕਰਕੇ ਨਹੀਂ ਵੇਖਿਆ ਜਾ ਸਕਦਾ। ਜੋਤ ਉਹੀ ਚੱਲ ਰਹੀ ਹੈ, ਸਿਰਫ ਕਾਇਆ ਪਲਟ ਰਹੀ ਹੈ। ਹੁਣ ਇਹਦੇ ਉੱਤੇ ਬੜੇ ਸਾਰੇ ਸਵਾਲ ਆਉਂਦੇ ਨੇ। ਸਵਾਲ ਆਪਣੇ ਆਪ 'ਚ ਲੌਜੀਕਲ ਵੀ ਨੇ ਔਰ ਜਵਾਬ ਵੀ ਮੰਗਦੇ ਨੇ, ਜਵਾਬ ਦੇਣਾ ਵੀ ਬਣਦਾ, ਅਤੇ ਦੇਣਾ ਬਣਦਾ ਗੁਰਬਾਣੀ ਦੀ ਸ਼ਰਨ ਦੇ ਵਿੱਚ ਬੈਠ ਕੇ, ਗੁਰੂ ਰਾਮਦਾਸ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਕਰਕੇ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਤੋਂ ਬਿਨਾਂ, ਜਾਂ ਇਹ ਕਹਿ ਲਈਏ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ, ਕਿਉਂਕਿ ਇੱਕ ਹੀ ਹੈ ਨਾ, ਤਾਂ ਉਹਨਾਂ ਤੋਂ ਬਿਨਾਂ ਅਸੀਂ ਸਮਝਾ ਨਹੀਂ ਸਕਦੇ, ਸਮਝ ਨਹੀਂ ਸਕਦੇ ਕਿ ਜੋਤ ਹੈ ਕੀ। ਸਵਾਲ ਇਹ ਆਉਂਦਾ ਹੈ, ਔਰ ਅਕਸਰ ਇਹ ਸਵਾਲ ਆਉਂਦਾ ਹੈ ਕਿ ਜੇਕਰ ਤੂੰ ਇਹ ਕਹਿੰਦੀ ਆ ਕਿ ਜੋਤ ਦੀ ਨਿਰੰਤਰਤਾ ਹੈ, ਯਾਨੀ ਕਿ ਗੁਰੂ ਨਾਨਕ ਦੀ ਜੋਤ ਹੀ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਵਿੱਚ ਹੈ, ਗੁਰੂ ਅੰਗਦ ਮਹਾਰਾਜ ਦੀ ਜੋਤ ਹੀ ਗੁਰੂ ਅਮਰਦਾਸ ਪਾਤਸ਼ਾਹ ਦੇ ਵਿੱਚ, ਫਿਰ ਅੱਗੇ ਉਹੀ ਜਿਹੜੀ ਕੰਟੀਨਿਊਟੀ ਵਿੱਚ ਚੱਲ ਰਿਹਾ ਹੈ। ਅਤੇ ਇਸ ਦਾ ਮਤਲਬ ਕੀ ਆ ਕਿ ਜਦੋਂ ਤੱਕ, ਕਿਉਂਕਿ ਗੁਰੂ ਨਾਨਕ ਦੀ ਜੋਤ ਗੁਰੂ ਨਾਨਕ ਦੇ ਵਿੱਚ ਹੈ, ਉਹ ਜਦੋਂ ਗੁਰੂ ਅੰਗਦ ਦੇ ਵਿੱਚ ਜਾਂਦੀ ਹੈ ਤਾਂ ਕਿਆ ਗੁਰੂ ਅੰਗਦ ਦੇ ਵਿੱਚ ਫਿਰ ਦੋ ਜੋਤਾਂ ਹੋ ਜਾਂਦੀਆਂ? ਜਾਂ ਉਹ ਇਹ ਵੀ ਕਹਿੰਦੇ ਆ ਕਿ ਫਿਰ ਗੁਰੂ ਨਾਨਕ ਦੀ ਜੋਤ ਕਿੱਥੇ ਗਈ? ਕਿਉਂਕਿ ਗੁਰੂ ਨਾਨਕ ਦਾ ਉਦੋਂ ਸਰੀਰੀ ਰੂਪ ਦੇ ਵਿੱਚ ਹੈਗੇ ਆ ਨਾ, ਜਦੋਂ ਗੁਰੂ ਅੰਗਦ ਦੇਵ ਮਹਾਰਾਜ ਨੂੰ ਗੁਰੂ ਥਾਪ ਦਿੰਦੇ ਨੇ। ਅਤੇ ਇਸੇ ਤਰੀਕੇ ਨਾਲ ਹੀ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਵੀ ਹੁੰਦਾ, ਜਦੋਂ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੂੰ ਗੁਰੂ ਥਾਪਦੇ ਨੇ। ਅਤੇ ਆਪਾਂ ਇਹ ਕਹਿੰਦੇ ਹਾਂ ਕਿ ਗੁਰੂ ਨਾਨਕ ਦੀ ਹੀ ਜੋਤ ਹੈ। ਸੋ ਇਹ ਸਵਾਲ ਬਾਰ-ਬਾਰ ਆਉਂਦਾ, ਔਰ ਮੈਨੂੰ ਬਹੁਤ ਲੋਕਾਂ ਨੇ ਇਹ ਗੱਲ ਪੁੱਛੀ ਵੀ ਹੈ ਕਿ ਇਸ ਦਾ ਮਤਲਬ ਹੈ ਕਿ ਗੁਰੂ ਰਾਮਦਾਸ ਮਹਾਰਾਜ ਵਿੱਚ ਫਿਰ ਚਾਰ ਜੋਤਾਂ ਹੋ ਗਈਆਂ, ਇੱਕ ਉਹਨਾਂ ਦੀ ਆਪਣੀ, ਇੱਕ ਗੁਰੂ ਅਮਰਦਾਸ ਦੀ, ਇੱਕ ਗੁਰੂ ਅੰਗਦ ਦੇਵ ਪਾਤਸ਼ਾਹ ਦੀ, ਇੱਕ ਗੁਰੂ ਨਾਨਕ ਦੀ। ਅਤੇ ਜੇ ਤੂੰ ਕਹਿੰਦੀ ਹੈ ਕਿ ਗੁਰੂ ਨਾਨਕ ਦੀ ਹੀ ਜੋਤ ਜਿਹੜੀ ਅੱਗੇ ਗਈ ਹੈ, ਤਾਂ ਫਿਰ ਦਾ ਮਤਲਬ ਹੈ ਕਿ ਉਹ ਮਲਟੀਪਲਾਈ ਹੋ ਰਹੀਆਂ। ਇਹ ਸਵਾਲ ਬੜਾ ਇੰਪੋਰਟੈਂਟ ਹੈ ਔਰ ਇਹਦਾ ਜਵਾਬ ਵੀ ਓਨਾ ਹੀ ਇੰਪੋਰਟੈਂਟ ਹੈ। ਪਰ ਸਭ ਤੋਂ ਪਹਿਲਾਂ ਇਸ ਸਵਾਲ ਨੂੰ ਸਮਝਣ ਦੇ ਲਈ ਜੋਤ ਸਮਝਣੀ ਪਊਗੀ ਕਿ ਜੋਤ ਹੈ ਕੀ। ਥੋੜ੍ਹਾ ਜਿਹਾ ਟਿਪੀਕਲ ਵੀ ਆ, ਥੋੜ੍ਹਾ ਜਿਹਾ ਟੀਡੀਅਸ ਵੀ ਆ, ਥੋੜ੍ਹਾ ਜਿਹਾ ਕੰਪਲੀਕੇਟਡ ਵੀ ਹੈ। ਤਾਂ ਇਸ ਕਰਕੇ ਜਿਸ ਤਰੀਕੇ ਨਾਲ ਮੈਨੂੰ ਇਹ ਗੱਲ ਸਮਝਾਈ ਗਈ, ਜਾਂ ਕਿਸੇ ਨੇ, ਜਦੋਂ ਮੇਰੀ ਕਿਸੇ ਨਾਲ ਇੱਕ ਵਾਰਤਾਲਾਪ ਹੋ ਰਹੀ ਸੀ, ਉਹਦੇ ਵਿੱਚੋਂ ਆਪਾਂ ਇਹ ਗੱਲ ਸਮਝੀ, ਤਾਂ ਉਸੇ ਤਰੀਕੇ ਨਾਲ ਹੀ ਮੈਂ ਆਪ ਨਾਲ ਇਹ ਸਾਂਝੀ ਕਰਨ ਦੀ ਕੋਸ਼ਿਸ਼ ਕਰੂੰਗੀ। ਸਾਨੂੰ ਸਮਝਣ ਦੀ ਇਹ ਲੋੜ ਹੈ, ਦੇਖੋ ਜਿਹੜੀ ਇਹ ਸਰੀਰ ਹੈ ਨਾ, ਇਹ ਹਿਊਮਨ ਬੋਡੀ ਜਿਹੜੀ ਆ, ਉਹਦਾ ਇੱਕ ਆਪਣੀ ਮੈਮਰੀ ਆ। ਮੈਮਰੀ ਕੀ ਆ? ਉਹਦਾ DNA। ਇਹਦਾ ਮਤਲਬ ਕੀ ਹੈ? ਆਪ ਜੀ ਨੂੰ ਬਹੁਤ ਸਾਰਿਆਂ ਨੂੰ ਪਤਾ ਹੋਊਗਾ ਕਿ ਸਾਡੇ ਸਰੀਰ ਦੇ ਵਿੱਚ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਥੋੜ੍ਹੀ ਜਿਹੀ ਸਮਝਣ ਦੀ ਕੋਸ਼ਿਸ਼ ਕਰਿਓ। ਸਾਇੰਟੀਫਿਕਲੀ ਸਾਡੇ ਸਰੀਰ ਦੇ ਵਿੱਚ ਇੱਕ DNA ਹੁੰਦਾ ਆ। ਉਹ DNA ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਚੱਲਦਾ ਆ। ਯਾਨੀ ਕਿ ਜਿਹੜੇ ਮੇਰੇ ਬੱਚਿਆਂ ਦੇ ਵਿੱਚ ਮੇਰਾ DNA ਹੋਊਗਾ, ਉਹਨਾਂ ਦੇ ਬੱਚਿਆਂ ਦੇ ਵਿੱਚ ਵੀ ਮੇਰਾ DNA ਹੀ ਹੋਊਗਾ, ਕਿਉਂਕਿ ਮੇਰੇ ਬੱਚਿਆਂ ਦੇ ਵਿੱਚ ਮੇਰਾ DNA ਹੈ। ਸੋ ਇਸ ਤਰੀਕੇ ਨਾਲ ਜਦੋਂ ਅੱਗੇ ਦੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ ਨਾ, ਤਾਂ ਉਹ ਜਿਹੜਾ DNA ਹੈ ਉਹ ਬਦਲਦਾ ਨਹੀਂ, ਉਹ DNA ਉਹ ਚੱਲਦਾ ਰਹਿੰਦਾ ਆ। ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਹੈ, ਬਹੁਤ ਵਾਰ ਆਪ ਜੀ ਨੇ ਆਪਣੇ ਘਰਾਂ 'ਚ ਗੱਲ ਕੀਤੀ ਹੋਊਗੀ ਕਿ ਆ ਜਿਹੜਾ ਨਵਾਂ ਬੱਚਾ ਹੋਇਆ ਨਾ, ਇਹਦਾ ਜਿਹੜਾ ਨੱਕ ਹੈ, ਇਹ ਇਹਦੀ ਪੜਦਾਦੀ 'ਤੇ ਹੈ ਜਾਂ ਇਹਦੀ ਦਾਦੀ 'ਤੇ ਹੈ। ਹੁਣ ਦਾਦੀ ਦੇ ਉੱਤੇ ਨੱਕ ਕਿੱਦਾਂ ਚਲਾ ਗਿਆ? ਜਾਂ ਹੋ ਸਕਦਾ ਉਹ ਦਾਦੀ ਵਿਚਾਰੇ ਨੇ ਵੇਖੀ ਵੀ ਨਾ ਹੋਵੇ, ਜਾਂ ਉਸ 'ਤੇ ਹੋਣ ਤੋਂ ਪਹਿਲਾਂ ਹੀ ਦਾਦੀ ਚਲੀ ਗਈ ਹੋਵੇ, ਅਕਾਲ ਚਲਾਣਾ ਕਰ ਗਈ ਹੋਵੇ। ਪਰ ਫਿਰ ਵੀ ਆਪਾਂ ਕਹਿੰਦੇ ਕਿ ਇਹਦੀ ਜਿਹੜੀ ਇਹ ਨੱਕ ਹੈ ਨਾ, ਇਹਦਾ ਉਹ ਆਪਣੀ ਦਾਦੀ 'ਤੇ ਹੈ। ਜਿਹੜੇ ਉਹਦੇ ਜਿਹੜੀ ਦੀ ਹਾਈਟ ਆ, ਇਹ ਆਪਣੀ ਭੂਆ 'ਤੇ ਆ। ਹੁਣ ਇਹ ਹੈ ਕੀ?
ਇਹ ਸਾਡੀ ਸਰੀਰ ਦੀ ਆਪਣੀ ਇੱਕ ਮੈਮਰੀ ਹੈ ਜੋ ਡੀਐਨਏ ਦੇ ਵਿੱਚ ਕੋਡਡ ਹੈ ਔਰ ਉਹ ਡੀਐਨਏ ਅੱਗੇ ਦੇ ਅੱਗੇ ਚੱਲ ਰਿਹਾ ਹੈ। ਇੰਨੀ ਗੱਲ ਆਪਾਂ ਸਮਝ ਲਈਏ ਤਾਂ ਇਹਦਾ ਮਤਲਬ ਇਹ ਹੈ ਕਿ ਜਦੋਂ ਡੀਐਨਏ ਸੇਮ ਹੋਊਗਾ ਨਾ ਤਾਂ ਚੀਜ਼ਾਂ ਆਪਸ ਦੇ ਵਿੱਚ ਰਲਦੀਆਂ ਮਿਲਦੀਆਂ ਹੋਣਗੀਆਂ। ਇੰਨੀ ਕੁ ਗੱਲ ਸਮਝ ਲਓ ਕਿ ਜਿਨ੍ਹਾਂ ਦਾ ਡੀਐਨਏ ਸੇਮ ਹੋਊਗਾ ਉਹਨਾਂ ਦੀਆਂ ਆਪਸ ਦੇ ਵਿੱਚ ਉਹਨਾਂ ਦੀ ਸਰੀਰ ਦੀ ਜਿਹੜੀ ਬਣਤਰ ਹੈ ਉਹ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਸਾਂਝੀ ਹੋਊਗੀ। ਉਹ ਨਜ਼ਰ ਆਊਗਾ ਕਿ ਇਹ ਉਸੇ ਪਰਿਵਾਰ ਦੇ ਮੈਂਬਰ ਨੇ। ਇਹ ਗੱਲ ਆਪਾਂ ਸਮਝ ਲਈਏ। ਹੁਣ ਇਸੇ ਹੀ ਆਧਾਰ ਦੇ ਉੱਤੇ ਆਪਾਂ ਇਹਨੂੰ ਸਪਿਰਿਚੁਅਲਿਟੀ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰੀਕੇ ਨਾਲ ਹੁਣ ਸਪਿਰਿਚੁਅਲ ਕੋਈ ਡੀਐਨਏ ਹੁੰਦਾ ਨਹੀਂ, ਪਰ ਤੁਸੀਂ ਇਹਨੂੰ ਉਦਾਹਰਨ ਵਾਂਗੂ ਲੈ ਲਓ ਕਿ ਸਪਿਰਿਚੁਅਲ ਦਾ ਵੀ ਇੱਕ ਆਪਣਾ ਡੀਐਨਏ ਹੁੰਦਾ ਆ। ਉਹ ਕੀ? ਜਦੋਂ ਜਿਹੜਾ ਇੱਕ ਰੂਹਾਨੀਅਤ ਹੈ ਉਹਦਾ ਆਪਣਾ ਇੱਕ ਡੀਐਨਏ, ਉਹਦੀ ਆਪਣੀ ਇੱਕ ਮੈਮਰੀ ਹੈ। ਕਿ ਸਪਿਰਿਚੁਅਲਿਟੀ ਦੇ ਵਿੱਚ ਜਿਹੜੀ ਅਧਿਆਤਮਿਕਤਾ ਹੈ ਉਹਦੇ ਵਿੱਚ ਵੀ ਕੁਝ ਲੋਕ ਇੱਕ ਦੂਜੇ ਨਾਲ ਸਿਮਿਲਰ ਹੁੰਦੇ ਹੋਣਗੇ। ਤਾਂ ਜਿਹੜੀ ਉਹ ਜੋਤ ਹੈ ਨਾ, ਉਹ ਜੋਤ ਉਹ ਸਪਿਰਿਚੁਅਲ ਡੀਐਨਏ ਹੀ ਹੈ ਇੱਕ ਹਿਸਾਬ ਨਾਲ। ਇਹਨੂੰ ਅਗਰ ਮੈਂ ਇਹ ਬੜਾ ਸਾਇੰਟੀਫਿਕਲੀ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਿਹੜਾ ਮਨੁੱਖੀ ਸਰੀਰ ਹੈ, ਸਾਇੰਸ ਮੰਨਦੀ ਆ ਕਿ ਇਹਦੇ 'ਚ ਜਿਹੜੇ ਡੀਐਨਏ ਆ ਜਦੋਂ ਇਹ ਅਗਲੇ ਬੱਚਿਆਂ ਦੇ ਵਿੱਚ ਜਾਂਦੇ ਆ ਉਹ ਡੀਐਨਏ ਸੇਮ ਰਹਿ ਜਾਂਦੇ ਆ। ਤੁਹਾਡਾ ਡੀਐਨਏ ਤੁਹਾਡੇ ਕਿਸੇ ਪੂਰਵਜ ਦੇ, ਬਹੁਤ ਪੂਰਵਜ ਜੇ 6-7 ਪੀੜ੍ਹੀਆਂ ਵੀ ਪਿੱਛੇ ਚੱਲ ਜਾਓ ਔਰ ਉਹਨਾਂ ਪੀੜ੍ਹੀਆਂ ਦੇ ਵਿੱਚ ਕਿਸੇ ਦਾ ਇੱਕ ਵਾਲ ਵੀ ਤੁਹਾਡੇ ਕੋਲ ਪਿਆ ਤੇ ਤੁਸੀਂ ਆਪਣਾ ਡੀਐਨਏ ਉਹਨਾਂ ਨਾਲ ਚੈੱਕ ਕਰਾਓਗੇ, ਪਤਾ ਲੱਗ ਜਾਊਗਾ ਕਿ ਤੁਹਾਡਾ ਡੀਐਨਏ ਉਹਨਾਂ ਨਾਲ ਮਿਲਦਾ ਆ। ਠੀਕ ਹੈ, ਉਹ ਆ ਸਰੀਰਕ ਤੌਰ ਦੇ ਉੱਤੇ ਗੱਲ। ਹੁਣ ਆਪਾਂ ਗੱਲ ਕਰ ਰਹੇ ਹਾਂ ਅਧਿਆਤਮਿਕ ਤੌਰ ਦੇ ਉੱਤੇ। ਬਿਲਕੁਲ ਉਸੇ ਤਰੀਕੇ ਨਾਲ ਅਧਿਆਤਮਿਕ ਤੌਰ ਦੇ ਉੱਤੇ ਅਧਿਆਤਮ ਦਾ ਵੀ ਇੱਕ ਡੀਐਨਏ ਆਪਾਂ ਮੰਨ ਕੇ ਚੱਲ ਜਾਈਏ, ਸਿਰਫ ਮੰਨ ਕੇ ਚੱਲਣ ਦੀ ਗੱਲ ਕਰ ਰਹੀ ਹਾਂ। ਜਦੋਂ ਇਨਸਾਨ ਅਧਿਆਤਮਿਕ ਤੌਰ ਤੇ ਇੱਕੋ ਜਿਹਾ ਲੱਗਣ ਲੱਗ ਜਾਏ, ਠੀਕ ਹੈ, ਤਾਂ ਆਪਾਂ ਇਹ ਕਹਾਂਗੇ ਕਿ ਇਹਦਾ ਡੀਐਨਏ ਸੇਮ ਹੈ, ਤਾਂ ਉਹੀ ਜੋਤ ਹੈ। ਕਿਉਂਕਿ ਜੋਤ ਦਾ ਮਤਲਬ ਇਹ ਨਹੀਂ ਹੈ ਕਿ ਗੁਰੂ ਨਾਨਕ ਦੀ ਜੋਤ ਗੁਰੂ ਨਾਨਕ ਚੋਂ ਨਿਕਲੀ ਤੇ ਫਿਰ ਗੁਰੂ ਅੰਗਦ ਦੇਵ ਪਾਤਸ਼ਾਹ 'ਚ ਗਈ। ਇਹਦਾ ਮਤਲਬ ਇਹ ਨਹੀਂ ਹੈ। ਇਹਦਾ ਮਤਲਬ ਇਹ ਹੈ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਹੌਲੀ ਹੌਲੀ ਜਿੱਦਾਂ ਆਪਾਂ ਸਰੀਰਕ ਤੌਰ ਦੀ ਗੱਲ ਕਰੀਏ, ਨੱਕ, ਬੁੱਲ, ਵਾਲ ਉਹ ਇਕੱਠੇ ਇੱਕੋ ਜਿਹੇ ਲੱਗਦੇ ਡੀਐਨਏ ਸੇਮ ਹੋ ਗਿਆ ਐਗਜ਼ਾਮਪਲ। ਤਾਂ ਇਸੇ ਤਰੀਕੇ ਨਾਲ ਜਦੋਂ ਆਪਾਂ ਅਧਿਆਤਮ ਦੀ ਗੱਲ ਕਰਾਂਗੇ ਨਾ, ਤਾਂ ਅਧਿਆਤਮਿਕ ਤੌਰ ਦੇ ਉੱਤੇ ਉਹ ਜਿਹੜਾ ਅਧਿਆਤਮ ਦਾ ਡੀਐਨਏ ਉਸ ਬਦਲਦਾ ਭਗਤੀ ਆਈ, ਸੇਵਾ ਆਈ, ਫਿਰ ਉਹਨਾਂ ਦੇ ਵਿੱਚ ਸਮਦ੍ਰਿਸ਼ਟੀ ਆਈ, ਹੈ ਨਾ, ਜਿਹੜਾ ਨਿਰਵੈਰ ਭਾਵ ਆਇਆ, ਨਿਰਭਉ ਭਾਵ ਆਇਆ। ਹੌਲੀ ਹੌਲੀ ਕਰਦੇ ਉਹ ਜਿਹੜਾ ਉਹਨਾਂ ਦਾ ਇੱਕ ਪਰਸਨੈਲਿਟੀ ਸੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ, ਉਹ ਗੁਰੂ ਨਾਨਕ ਹੀ ਬਣ ਗਈ। ਯਾਨੀ ਕਿ ਜਿਹੜਾ ਉਹਨਾਂ ਦਾ ਸਪਿਰਿਚੁਅਲ ਡੀਐਨਏ ਹੈ, ਜਿਹੜੀ ਉਹਨਾਂ ਦੀ ਜੋਤ ਹੈ, ਉਹ ਗੁਰੂ ਨਾਨਕ ਹੀ ਬਣ ਗਈ। ਅਤੇ ਜਦੋਂ ਉਹ ਗੁਰੂ ਨਾਨਕ ਬਣ ਗਈ ਤਾਂ ਆਪਾਂ ਉਹ ਕਹਿੰਦੇ ਕਿ ਜੋਤ ਉਹੀ ਚੱਲ ਰਹੀ ਹੈ। ਸੋ ਇਹਦਾ ਮਤਲਬ ਇਹਨੂੰ ਬਿਲਕੁਲ ਨਾ ਮੰਨਿਆ ਕਰੋ ਜਾਂ ਇਹਨਾਂ ਨੂੰ ਕਨਫਿਊਜ਼ ਕਰਨ ਦੇ ਲਈ ਕੁਝ ਲੋਕਾਂ ਦਾ ਸਮਝ ਵੀ ਹੁੰਦੀ ਆ, ਪਰ ਫਿਰ ਵੀ ਉਹ ਬਾਕੀਆਂ ਨੂੰ ਕਨਫਿਊਜ਼ ਕਰਨ ਲਈ ਇਹ ਸਵਾਲ ਕਰਦੇ ਨੇ। ਸੋ ਆਪਾਂ ਇਹਨੂੰ ਮੋਟੇ ਤੌਰ ਦੇ ਉੱਤੇ ਇੱਦਾਂ ਸਮਝ ਲਈਏ ਕਿ ਜਿਸ ਤਰੀਕੇ ਨਾਲ ਇੱਕ ਸਰੀਰ ਦਾ ਡੀਐਨਏ ਹੈ, ਇਸ ਤਰੀਕੇ ਨਾਲ ਜਿਹੜੀ ਜੋਤ ਹੈ ਉਹ ਸਪਿਰਿਚੁਅਲ ਡੀਐਨਏ ਹੈ। ਜਦੋਂ ਸਪਿਰਿਚੁਅਲ ਡੀਐਨਏ ਇੱਕ ਦੂਜੇ ਨਾਲ ਮਿਲਣ ਲੱਗ ਜਾਏ ਤਾਂ ਆਪਾਂ ਕਹਿੰਦੇ ਹਾਂ ਕਿ ਇਹ ਸੇਮ ਜੋਤ ਹੈ, ਇਹ ਸੇਮ ਉਹੀ ਚੀਜ਼ ਹੈ। ਗੁਰੂ ਨਾਨਕ ਤੇ ਗੁਰੂ ਅੰਗਦ ਅਲੱਗ ਨਹੀਂ। ਇਸ ਚੀਜ਼ ਨੂੰ ਹੋਰ ਬਿਹਤਰ ਤਰੀਕੇ ਨਾਲ ਸਮਝਣ ਦੇ ਲਈ ਜਾਂ ਸਮਝਾਉਣ ਦੇ ਲਈ ਸਾਨੂੰ ਗੁਰੂ ਰਾਮਦਾਸ ਪਾਤਸ਼ਾਹ ਤੋਂ ਵਧੀਆ ਉਦਾਹਰਣ ਨਹੀਂ ਮਿਲ ਸਕਦੀ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਬੜੇ ਤਰੀਕੇ ਦੇ ਨਾਲ, ਉਹਨਾਂ ਨੇ ਬੜੇ ਸਟਲ ਵੇ ਦੇ ਨਾਲ ਕਹਿ ਲਈਏ ਕਿ ਉਹ ਸਾਨੂੰ ਬਾਰ-ਬਾਰ ਸਮਝਾਉਂਦੇ ਆ ਆਪਣੀ ਬਾਣੀ ਦੇ ਵਿੱਚ। ਕਿਉਂਕਿ ਗੁਰੂ ਰਾਮਦਾਸ ਮਹਾਰਾਜ ਦੀ ਜਿਹੜੀ ਬਾਣੀ ਹੈ ਉਹ ਇੱਕ ਤਰ੍ਹਾਂ ਨਾਲ ਇਤਿਹਾਸਕ ਹਵਾਲੇ ਵੀ ਦਿੰਦੀ ਹੈ। ਗੁਰੂ ਪਾਤਸ਼ਾਹ ਜਦੋਂ ਬਾਣੀ ਉਚਰਦੇ ਨੇ, ਜਦੋਂ ਉਹ ਬਾਣੀ ਲਿਖਦੇ ਨੇ, ਤਾਂ ਉਹ ਇਤਿਹਾਸਕਾਰ ਦੀ ਵਾਂਗ ਵੀ ਲਿਖ ਰਹੇ ਨੇ ਅਤੇ ਉਹ ਇੱਕ ਅਧਿਆਤਮਿਕ ਤਰੀਕੇ ਦੇ ਨਾਲ ਵੀ ਸਾਨੂੰ ਦੱਸ ਰਹੇ ਨੇ ਕਿ ਮੇਰੀ ਜੋਤ, ਜਾਂ ਇਹ ਕਹਿ ਲਓ ਕਿ ਮੇਰਾ ਜਿਹੜਾ ਸਪਿਰਿਚੁਅਲ ਡੀਐਨਏ ਆ ਉਹ ਗੁਰੂ ਨਾਨਕ ਵਾਲਾ ਕਿੱਦਾਂ ਹੋ ਗਿਆ। ਉਹ ਆਪਣੀ ਘਾਲ ਦੀ ਪੂਰੀ ਕਹਾਣੀ ਜਿਹੜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ। ਆਪਾਂ ਉਸ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਆਪਾਂ ਉਸ ਘਾਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਜਿਵੇਂ ਆਪਾਂ ਉਸ ਘਾਲ ਨੂੰ ਸਮਝਦੇ ਜਾਵਾਂਗੇ ਸਾਨੂੰ ਸਮਝ ਆਊਗੀ ਕਿ ਜੋਤ ਜਿਹੜੀ ਆ ਉਹ ਉਹੀ ਕਿੱਦਾਂ ਰਹਿ ਗਈ। ਹੁਣ ਇਹਨੂੰ ਆਪਾਂ ਸਮਝਦੇ ਹਾਂ। ਗੁਰੂ ਰਾਮਦਾਸ ਪਾਤਸ਼ਾਹ ਜਦੋਂ ਗੁਰੂ ਅਮਰਦਾਸ ਮਹਾਰਾਜ ਨਾਲ ਆਪਣੀ ਜਿਹੜੀ ਮਿਲਣੀ ਹੈ ਉਹਦਾ ਜ਼ਿਕਰ ਕਰਦੇ ਨੇ, ਤਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਵਿੱਚ ਉਹ ਦਰਜ ਕਰਦੇ ਨੇ। ਉਹ ਕਹਿੰਦੇ ਨੇ, ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸकी ਸੇਵਾ ਤੇ ਹਮ ਹਰ ਨਾਮ ਲਿਵਲਾਈ। ਧੰਨ ਧੰਨ ਹਰ ਗਿਆਨੀ ਸਤਿਗੁਰ ਹਮਾਰਾ, जिन वैरी मित्र हमको सब समदृष्ट दिखाई।
ਧੰਨ ਧੰਨ ਸਤਿਗੁਰ ਮਿੱਤਰ ਹਮਾਰਾ, ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ। ਹੁਣ ਇਹ ਜਿਹੜੀ ਆ ਇਹਦੇ ਵਿੱਚ ਉਹ ਸਿਰਫ ਗੁਰੂ ਅਮਰਦਾਸ ਮਹਾਰਾਜ ਨਾਲ ਆਪਣੀ ਮਿਲਣੀ ਤੇ ਉਸ ਮਿਲਣੀ ਤੋਂ ਬਾਅਦ ਜੋ ਜੋ ਵੀ ਉਹਨਾਂ ਦੀ ਲਾਈਫ ਦੇ ਵਿੱਚ ਘਟਿਆ, ਜਿਸ ਤਰੀਕੇ ਦੇ ਨਾਲ ਉਹ ਬਦਲੇ, ਉਹਦੇ ਬਾਰੇ ਥੋੜ੍ਹਾ ਜਿਹਾ ਸਮ ਅਪ ਕਰਦੇ ਨੇ। ਇਹਨੂੰ ਆਪਾਂ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਕਹਿੰਦੇ ਨੇ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਈ, ਕਿ ਉਸ ਦੀ ਭਗਤ ਉਸ ਸਤਿਗੁਰੂ ਨੂੰ ਮਿਲਣ ਤੋਂ ਬਾਅਦ ਮੈਨੂੰ ਮਿਲੀ ਹੈ। ਯਾਨੀ ਕਿ ਇਹ ਜਿਹੜੀ ਸੋਝੀ ਹੈ ਕਿ ਇੱਕ ਅਕਾਲ ਪੁਰਖ ਵੀ ਹੈ ਜਿਸ ਦੀ ਭਗਤੀ ਜਾਂ ਜਿਸ ਦੇ ਵੱਲ ਸਰੈਂਡਰ ਹੋਣਾ ਇੰਪੋਰਟੈਂਟ ਹੈ, ਇਹ ਸੋਝੀ ਮੈਨੂੰ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਣ ਤੋਂ ਬਾਅਦ ਆਈ ਹੈ। ਠੀਕ ਹੈ, ਹੁਣ ਉਸ ਤੋਂ ਅਗਲੀ ਗੱਲ ਉਹ ਕਹਿੰਦੇ ਨੇ ਕਿ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ, ਕਿ ਉਸ ਦੇ ਨਾਮ ਨਾਲ ਮੇਰੀ ਲਿਵ ਵੀ ਲੱਗ ਗਈ। ਇੱਕ ਗੱਲ ਹੁੰਦੀ ਹੈ ਕਿ ਸਾਨੂੰ ਸਮਝ ਲੱਗ ਜਾਣਾ ਕਿ ਆਹ ਚੀਜ਼ ਐਗਜ਼ਿਸਟ ਕਰਦੀ ਆ, ਅਕਾਲ ਪੁਰਖ ਐਗਜ਼ਿਸਟ ਕਰਦੀ ਆ, ਉਹਨਾਂ ਨੂੰ ਸਮਝ ਲੱਗ ਗਈ। ਉਸ ਦੀ ਭਗਤੀ ਵੀ ਕਰਨੀ ਹੈ, ਇਹ ਵੀ ਗੱਲ ਸਮਝ ਲੱਗ ਗਈ, ਪਰ ਉਸ ਦੇ ਨਾਲ ਲਿਵ ਵੀ ਇੱਕ ਲਾਉਣੀ ਹੈ। ਸਿਰਫ ਭਗਤੀ ਕਰਨ ਦਾ ਮਤਲਬ ਤਾਂ ਜਿਹੜੇ ਹੁਣ ਸਿੱਧਨਾਥ ਯੋਗੀ ਸੀ ਉਹ ਭਗਤੀ ਕਰ ਹੀ ਰਹੇ ਸੀਗੇ, ਪਰ ਉਹਨਾਂ ਦੀ ਉਹ ਲਿਵ ਉਹਦੇ ਨਾਲ ਨਹੀਂ ਸੀ ਲੱਗੀ ਨਾ। ਜਾਂ ਇਹ ਕਹਿ ਲਈਏ ਕਿ ਆਪਾਂ ਉਹਨਾਂ ਵੱਲ ਨਾ ਵੀ ਜਾਈਏ, ਸਿਰਫ ਆਪਾਂ ਗੁਰੂ ਮਹਾਰਾਜ ਵੱਲ ਦੇਖੀਏ ਤਾਂ ਉਹ ਕਹਿ ਰਹੇ ਨੇ ਕਿ ਉਸ ਗੁਰੂ ਦੇ ਆਸਰੇ ਹੀ ਮੇਰੀ ਜਿਹੜੀ ਲਿਵ ਹੈ ਉਸ ਅਕਾਲ ਪੁਰਖ ਦੇ ਨਾਲ ਲੱਗੀ, ਜਿਹਦੀ ਭਗਤੀ ਮੈਂ ਪਾਈ ਉਸੇ ਗੁਰੂ ਦੇ ਦਰਸ਼ਨਾਂ ਤੋਂ ਬਾਅਦ। ਔਰ ਉਸ ਤੋਂ ਅਗਲੀ ਗੱਲ ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਕਿ ਉਸ ਗੁਰੂ ਕੋਲ ਆਪਣੇ ਕੋਲ ਇੰਨਾ ਗਿਆਨ ਸੀ ਤੇ ਉਸ ਗਿਆਨੀ ਗੁਰੂ ਦੇ ਲੜ ਲੱਗ ਕੇ ਹੀ ਮੈਨੂੰ ਉਹਨਾਂ ਨੇ ਕੀ ਦਿੱਤਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮਦ੍ਰਿਸ਼ਟ ਦਿਖਾਈ, ਜਿਨ੍ਹਾਂ ਨੇ ਜਿਸ ਗਿਆਨ ਨੂੰ ਪਾਉਣ ਤੋਂ ਬਾਅਦ, ਉਸ ਗਿਆਨੀ ਸਤਿਗੁਰੂ ਦੀ ਸ਼ਰਨ 'ਚ ਜਾਣ ਤੋਂ ਬਾਅਦ ਮੈਨੂੰ ਵੈਰੀ ਤੇ ਮਿੱਤਰ ਸਭ ਸਮਦ੍ਰਿਸ਼ਟ ਮਤਲਬ ਇਕੁਅਲ ਦਿਖਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਮੇਰਾ ਨਾ ਕੋਈ ਵੈਰੀ ਰਿਹਾ ਨਾ ਕੋਈ ਮਿੱਤਰ ਰਿਹਾ, ਸਭ ਇੱਕੋ ਹੀ ਹੋ ਗਏ, ਕਿਉਂਕਿ ਉਹ ਅਕਾਲ ਪੁਰਖ ਨੂੰ ਮੰਨਣਾ ਸ਼ੁਰੂ ਹੋ ਗਏ, ਉਹ ਅਕਾਲ ਪੁਰਖ ਦੇ ਲੜ ਲੱਗ ਗਏ। ਜਦੋਂ ਅਸੀਂ ਇਹ ਗੱਲ ਮੈਂ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੀ ਹਾਂ ਕਿ ਸਾਡੀਆਂ ਬਹੁਤਾਤ ਲੜਾਈਆਂ ਦਾ ਰੀਜ਼ਨ ਇਹ ਆ ਕਿਉਂਕਿ ਅਸੀਂ ਉਹਨਾਂ ਲੜਾਈਆਂ ਦੇ ਵਿੱਚੋਂ ਜਿਹੜੀਆਂ ਧੜੇਬੰਦੀਆਂ ਉਹ ਪੈਦਾ ਕਿਉਂ ਹੁੰਦੀਆਂ, ਜਦੋਂ ਮੈਨੂੰ ਇਹ ਲੱਗਦਾ ਕਿ ਆਹ ਲੋਕ ਮੇਰੇ ਆ ਤੇ ਆਹ ਲੋਕ ਜਿਹੜੇ ਆ ਉਹ ਕਿਸੇ ਹੋਰ ਦੇ ਆ। ਪਿੱਛੇ ਆ ਜਿਹੜੇ ਹੁਣ ਪੰਜਾਬ ਦੀਆਂ ਇਲੈਕਸ਼ਨਸ ਦੇ ਵਿੱਚ ਜਦੋਂ ਆਪ ਪਾਰਟੀ ਦੀ ਜਿੱਤ ਹੁੰਦੀ ਆ, ਚਲੋ ਜੋ ਵੀ ਜਨਤਾ ਦਾ ਫਤਵਾ ਹੁੰਦਾ ਉਹ ਫਤਵਾ ਹਮੇਸ਼ਾ, ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਇੰਝ ਹੀ ਚੱਲਦਾ ਕਿ ਉਹ ਫਤਵਾ ਹਮੇਸ਼ਾ ਤੁਹਾਨੂੰ ਮੰਨਣਾ ਹੀ ਪੈਂਦਾ। ਤਾਂ ਬਹੁਤ ਸਾਰੇ ਲੋਕਾਂ ਦੇ, ਕਿਉਂਕਿ ਦੋ ਧੜੇ ਬਣੇ ਹੋਏ ਸੀ, ਕੁਝ ਕਹਿ ਰਹੇ ਸੀਗੇ ਆਪ ਆਉਣੀ ਚਾਹੀਦੀ ਹੈ, ਕੁਝ ਕਹਿ ਰਹੇ ਸੀਗੇ ਆਪ ਨਹੀਂ ਆਉਣੀ ਚਾਹੀਦੀ। ਹੁਣ ਜਿਹੜੇ ਆਪ ਦੇ ਆਪੋਜ਼ਿਟ ਖੜੇ ਸੀਗੇ ਜਾਂ ਜਿਹੜੇ ਉਹਨਾਂ ਦੇ ਕੰਪੀਟੀਸ਼ਨ ਦੇ ਵਿੱਚ ਖੜੇ ਸੀ, ਉਹਨਾਂ ਨੇ ਕਿਸੇ ਦਾ ਮਾੜਾ ਤਾਂ ਨਹੀਂ ਸੀ ਕੀਤਾ, ਨਾ ਜਿਹੜੇ ਆਪ ਵਾਲੇ ਖੜੇ ਸੀ ਉਹਨਾਂ ਨੇ ਕਿਸੇ ਦਾ ਮਾੜਾ ਕੀਤਾ ਸੀ। ਪਰ ਜਦੋਂ ਇੱਕ ਧੜਾ ਜਿੱਤ ਜਾਂਦਾ ਹੈ ਤਾਂ ਦੂਸਰਾ ਧੜਾ ਜਿਹੜਾ ਜਿੱਤੇ ਹੋਏ ਧੜੇ ਦੇ ਲੋਕ ਨੇ ਉਹ ਉਹਨਾਂ ਨੂੰ ਚਿੜਾਉਣਾ ਸ਼ੁਰੂ ਕਰਦਾ, ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਦਾ, ਉਹਨਾਂ ਨੂੰ ਮੰਦਾ ਚੰਗਾ ਵੀ ਬੋਲਦਾ। ਔਰ ਇਹਦੀਆਂ ਬੜੀਆਂ ਸਾਰੀਆਂ ਵੀਡੀਓਜ਼ ਵੀ ਸਾਹਮਣੇ ਆ ਗਈਆਂ, ਲੱਖਾ ਸਿਧਾਣਾ ਨੇ ਵੀ ਬੋਲਿਆ, ਸਾਰੇ ਆਪ ਦੱਸਦੇ ਨੇ ਕਿ ਇਹ ਕਿੱਦਾਂ ਹੋ ਰਿਹਾ। ਸੋ ਇਹ ਕੀ ਆ, ਇਹਦਾ ਮਤਲਬ ਆ ਕਿ ਜਿੱਤ ਹਾਰ ਦੇ ਵਿੱਚੋਂ ਹੀ ਵੈਰੀ ਤੇ ਮਿੱਤਰ ਉਹਨਾਂ ਨੇ ਇਹ ਵੇਖ ਲਿਆ ਕਿ ਜਿਹੜੇ ਤਾਂ ਸਾਡੇ ਨਾਲ ਨੇ, ਯਾਨੀ ਕਿ ਜਿਹੜੇ ਤੇ ਆਪ ਨੂੰ ਸਪੋਰਟ ਕਰਦੇ ਆ ਉਹ ਸਾਡੇ ਦੋਸਤ ਨੇ, ਜਿਹੜੇ ਆਪ ਨੂੰ ਸਪੋਰਟ ਨਹੀਂ ਕਰਦੇ ਉਹ ਸਾਡੇ ਦੁਸ਼ਮਣ ਨੇ। ਪਰ ਗੁਰੂ ਨਾਨਕ ਦੇ ਘਰ ਦਾ, ਇਸੇ ਲਈ ਗੁਰੂ ਨਾਨਕ ਦਾ ਰਾਜ ਜਿਹੜਾ ਹੈ ਨਾ ਉਹ ਦੁਨੀਆ ਤੋਂ ਨਿਆਰਾ ਰਾਜ ਇਸੇ ਕਰਕੇ ਹੈ ਕਿਉਂਕਿ ਉਹਦੇ ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਗੁਰੂ ਨਾਨਕ ਦੇ ਰਾਜ ਦੇ ਉੱਤੇ ਹੀ ਆਪਣੇ ਉਸੇ ਲਾਈਨ ਦੇ ਉੱਤੇ ਰਾਜ ਚਲਾਉਂਦੇ ਨੇ, ਤਾਂ ਉਹ ਲੜ ਰਹੇ ਨੇ ਪਹਿਲਾਂ ਇਕੱਲੇ, ਪਹਾੜੀ ਰਾਜਿਆਂ ਨਾਲ ਵੀ ਯੁੱਧ ਹੁੰਦੇ ਰਹੇ ਨੇ ਸਾਡੇ, ਪਰ ਉਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਰਾਜ ਕਰਨ ਦੀ ਵਾਰੀ ਆਉਂਦੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਨੇ ਕਿ ਆਓ ਮਿਲ ਕੇ ਰਾਜ ਕਰਦੇ ਹਾਂ। ਉਹ ਕੀ ਹੈ, ਉਹ ਗੁਰੂ ਨਾਨਕ ਦੇ ਹੀ ਰਾਜ ਦੇ ਵਿੱਚ ਇਹ ਗੱਲ ਹੋ ਸਕਦੀ ਹੈ ਕਿ ਜਿੱਥੇ ਵੈਰੀ ਤੇ ਮਿੱਤਰ ਦਾ ਜਿਹੜਾ ਭੇਦ ਭਾਵ ਹੈ ਨਾ ਉਹ ਖਤਮ ਹੋ ਜਾਂਦਾ। ਤਾਂ ਗੁਰੂ ਮਹਾਰਾਜ ਇਹੀ ਦੱਸਦੇ ਨੇ ਕਿ ਐਸਾ ਜਿਹੜੀ ਸੋਝੀ ਆ ਉਹ ਕਦੋਂ ਆਉਂਦੀ ਆ, ਜਦੋਂ ਜਿਹੜਾ ਗਿਆਨੀ ਗੁਰੂ ਹੈ, ਜਿਹੜਾ ਗੁਰੂ ਖੁਦ ਹੀ ਗਿਆਨ ਹੈ, ਉਹਦੇ ਲੜ ਲੱਗਣ ਤੋਂ ਬਾਅਦ ਮੈਨੂੰ ਇਹ ਸਮਝ ਆਈ ਕਿ ਨਾ ਮੇਰਾ ਕੋਈ ਵੈਰੀ ਹੈ ਨਾ ਮੇਰਾ ਕੋਈ ਮਿੱਤਰ ਹੈ, ਇਹ ਸਾਰੇ ਸਮਦ੍ਰਿਸ਼ਟੀ ਦੇ ਵਿੱਚ ਨੇ, ਮੈਨੂੰ ਮੇਰੇ ਲਈ ਇਹ ਵੱਖਰੇ ਵੱਖਰੇ ਨਹੀਂ ਰਹਿ ਜਾਂਦੇ। ਸੋ ਯਾਨੀ ਕਿ ਇੱਥੇ ਉਹ ਕਹਿੰਦੇ ਨੇ ਕਿ ਉਸ ਗੁਰੂ ਦੇ ਲੜ ਲੱਗ ਕੇ ਮੈਂ ਨਿਰਵੈਰ ਹੋ ਗਿਆ, ਹੈ ਨਾ। ਜਦੋਂ ਤੁਸੀਂ ਅਕਾਲ ਪੁਰਖ ਦੇ ਲੜ ਲੱਗੋਗੇ, ਆਪਾਂ ਗੱਲ ਪਹਿਲਾਂ ਵੀ ਬਹੁਤ ਵਾਰੀ ਕੀਤੀ ਹੈ, ਤਾਂ ਉਦੋਂ ਨਿਰਭਉਤਾ ਆਉਣੀ ਲਾਜ਼ਮੀ ਹੋ ਜਾਂਦੀ ਹੈ, ਕਿਉਂਕਿ ਬੰਦਾ ਭਉ ਦੇ ਵਿੱਚ ਉਦੋਂ ਹੁੰਦਾ ਜਦੋਂ ਉਹਨੂੰ ਲੱਗਦਾ ਹੈ ਕਿ ਮੇਰੇ ਉੱਤੇ ਕੋਈ ਇਨਸਾਨ ਜਿਹੜਾ ਮੇਰੇ ਤੋਂ ਜ਼ਿਆਦਾ ਅਮੀਰ ਜਾਂ ਮੇਰੇ ਤੋਂ ਜ਼ਿਆਦਾ ਤਾਕਤਵਰ ਉਹ ਮੇਰੇ ਉੱਤੇ ਕਾਬਜ਼ ਹੈ,
ਉਹਨੇ ਜੋ ਮੈਨੂੰ ਕਹਿਣਾ ਮੈਨੂੰ ਉਹ ਕਰਨਾ ਪੈਣਾ, ਇਸ ਕਰਕੇ ਮੈਨੂੰ ਉਹਦੇ ਉਸ ਵੱਡੇ ਬੰਦੇ ਦੇ ਭੈ ਦੇ ਵਿੱਚ ਰਹਿਣਾ ਪੈਂਦਾ। ਪਰ ਜਦੋਂ ਮੈਨੂੰ ਇਹ ਲੱਗਣ ਲੱਗ ਗਿਆ ਕਿ ਮੇਰਾ ਤਾਂ ਇੱਕੋ ਹੀ ਇੱਕ ਜਿਹੜਾ ਹੈ ਉਹ ਮੇਰਾ ਲੀਡਰ ਹੈ, ਉਹ ਹੈ ਅਕਾਲ ਪੁਰਖ ਖੁਦ। ਤੇ ਜਿਸ ਦਾ ਲੀਡਰ ਅਕਾਲ ਪੁਰਖ ਹੋਊਗਾ, ਜਿਹੜਾ ਮੰਨਦਾ ਅਕਾਲ ਪੁਰਖ ਨੂੰ ਹੋਊਗਾ, ਜਿਹਦੀ ਗਵਰਨਮੈਂਟ ਅਕਾਲ ਪੁਰਖ ਹੋਊਗੀ, ਉਹਨੂੰ ਫਿਰ ਕਿਸੇ ਦਾ ਡਰ ਨਹੀਂ ਰਹਿ ਜਾਂਦਾ, ਉਹ ਨਿਰਭਉ ਹੋ ਜਾਂਦਾ। ਔਰ ਐਸੀ ਨਿਰਭਉਤਾ ਜਿਹੜੀ ਆ ਉਹ ਭਗਤੀ ਦੇ ਵਿੱਚੋਂ ਹੀ ਆਉਂਦੀ ਆ। ਔਰ ਉਹ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਿਲਦਿਆਂ ਹੀ ਮੈਨੂੰ ਇੱਕ ਤਾਂ ਉਸ ਅਕਾਲ ਪੁਰਖ ਦੀ ਭਗਤੀ ਮਿਲੀ, ਫਿਰ ਉਸ ਭਗਤੀ ਦੇ ਨਾਲ ਉਹ ਲਿਵ ਲੱਗਣੀ ਵੀ ਮੈਨੂੰ ਉਸ ਹਰਨਾਮ ਦੇ ਨਾਲ ਲਿਵ ਲੱਗਣੀ ਵੀ ਮੇਰੀ ਉੱਥੋਂ ਹੀ ਸ਼ੁਰੂ ਹੋਈ। ਔਰ ਉਸੇ ਗੁਰੂ ਨੇ ਮੈਨੂੰ ਸਮਦ੍ਰਿਸ਼ਟੀ ਵੀ ਦੇ ਦਿੱਤੀ ਕਿ ਜਿਹਦੇ ਵਿੱਚ ਨਾ ਕੋਈ ਮਿੱਤਰ ਨਾ ਕੋਈ ਵੈਰੀ, ਸਭ ਇੱਕ ਬਰਾਬਰ ਹੋ ਗਏ। ਔਰ ਇਹ ਗੁਰੂ ਪਾਤਸ਼ਾਹ ਦੱਸ ਰਹੇ ਨੇ ਕਿ ਇਸ ਤਰੀਕੇ ਨਾਲ ਜਿਹੜਾ ਹੈ ਉਹ ਨਿਰਵੈਰ ਵੀ ਬਣ ਜਾਂਦੇ ਨੇ, ਨਿਰਭਉ ਵੀ ਬਣ ਜਾਂਦੇ ਨੇ, ਨਿਰਵੈਰ ਵੀ ਬਣ ਜਾਂਦੇ ਨੇ। ਅਗਲੀ ਗੱਲ ਉਹ ਦੱਸਦੇ ਨੇ, ਧੰਨ ਧੰਨ ਸਤਿਗੁਰ ਮਿੱਤਰ ਹਮਾਰਾ, ਕਿ ਉਹ ਸਤਿਗੁਰ ਹੀ ਮੇਰਾ ਮਿੱਤਰ ਹੋ ਗਿਆ, ਕਿਉਂਕਿ ਹੋਰ ਤਾਂ ਦੁਨੀਆ ਦੇ ਵਿੱਚ ਆਪਣਾ ਨਾ ਕੋਈ ਮਿੱਤਰ ਨਾ ਕੋਈ ਵੈਰੀ, ਸਭ ਇੱਕ ਬਰਾਬਰ। ਉਹ ਇਸ ਸਤਿਗੁਰੂ ਜਿਹੜਾ ਮੇਰਾ ਮਿੱਤਰ ਹੈ, ਉਹਨੇ ਜਿਨ ਹਰ ਨਾਮ ਸਿਓ ਹਮਾਰੀ ਪ੍ਰੀਤ ਬਣਾਈ, ਜਿਸ ਨੇ ਉਸ ਪਰਮਾਤਮਾ ਦੇ ਨਾਮ ਨਾਲ ਮੇਰੀ ਜਿਹੜੀ ਪ੍ਰੀਤ ਆ ਉਹ ਬਣਾ ਦਿੱਤੀ ਆ। ਹੁਣ ਜਿਹੜਾ ਪ੍ਰੀਤ ਹੁੰਦੀ ਹੈ ਨਾ, ਜਿਹੜਾ ਪਿਆਰ ਹੁੰਦਾ, ਇਸ਼ਕ ਹੁੰਦਾ, ਉਹਦੇ ਵਿੱਚੋਂ ਜੇ ਤਾਂ ਉਹ ਹਕੀਕੀ ਤੌਰ ਦੇ ਉੱਤੇ ਚੱਲਦਾ ਜਾਵੇ, ਜੇ ਤਾਂ ਉਹ ਦੁਨਿਆਵੀ ਤੌਰ 'ਤੇ ਆ ਜਾਏ ਤਾਂ ਫਿਰ ਤਾਂ ਉਹਦੇ ਵਿੱਚੋਂ ਲੋਭ ਵੀ ਆਊਗਾ, ਹੰਕਾਰ ਵੀ ਆਊਗਾ, ਉਹਦੇ ਵਿੱਚੋਂ ਭੈ ਵੀ ਜਨਮ ਲਊਗਾ, ਫਿਰ ਤਾਂ ਉਹ ਸਭ ਕੁਛ ਇਸ ਤਰੀਕੇ ਨਾਲ ਹੋ ਜਾਊਗਾ। ਪਰ ਜੇ ਉਹ ਰੂਹਾਨੀ ਆ ਜਾਏ, ਜੇ ਰੂਹਾਨੀ ਇਸ਼ਕ ਦੀ ਗੱਲ ਹੋਣ ਲੱਗ ਜਾਏ, ਰੂਹਾਨੀ ਪ੍ਰੀਤ ਦੀ ਗੱਲ ਹੋਣ ਲੱਗ ਜਾਏ, ਫਿਰ ਇਨਸਾਨ ਬੰਧਨਾਂ ਦੇ ਵਿੱਚੋਂ ਮੁਕਤ ਹੋ ਜਾਂਦਾ। ਹੁਣ ਇਹ ਤਾਂ ਗੁਰੂ ਮਹਾਰਾਜ ਦੱਸਦੇ ਨੇ ਕਿ ਗੁਰੂ ਅਮਰਦਾਸ ਪਾਤਸ਼ਾਹ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਕੀ ਮਿਲਿਆ, ਕੀ ਉਹਨਾਂ ਨੂੰ ਦਾਨ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ 'ਚ ਉਹਨਾਂ ਨੂੰ ਕੀ ਕੁਛ ਮਿਲਿਆ। ਹੁਣ ਅਗਲੀ ਗੱਲ ਜਿਹੜੀ ਹੈ ਉਹ ਉਹਨਾਂ ਦੀ ਹੀ ਬਾਣੀ, ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਵਿੱਚੋਂ ਸਾਨੂੰ ਇਹ ਦੇਖਣੀ ਪਊਗੀ ਕਿ ਭਾਈ ਜੇਠੇ ਤੋਂ ਉਹ ਗੁਰੂ ਰਾਮਦਾਸ ਕਿੱਦਾਂ ਹੋ ਜਾਂਦੇ ਨੇ। ਤਾਂ ਇਹ ਵੀ ਉਹ ਆਪਣੀ ਬਾਣੀ ਦੇ ਵਿੱਚ ਹੀ ਉਹਨਾਂ ਦਾ ਜਿਹੜੇ ਹਵਾਲੇ ਸਾਨੂੰ ਮਿਲ ਜਾਂਦੇ, ਆਪਾਂ ਉਹਦੇ ਵਿੱਚੋਂ ਹੀ ਗੱਲ ਕਰਾਂਗੇ। ਉਹ ਕਹਿੰਦੇ ਨੇ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਨੂੰ ਮਿਲਣ ਤੋਂ ਬਾਅਦ ਉਹਨਾਂ ਨੂੰ ਜੋ ਜੋ ਮਿਲ ਗਿਆ, ਜੋ ਖਜ਼ਾਨੇ ਉਹਨਾਂ ਨੂੰ ਮਿਲ ਗਏ, ਭਗਤੀ ਦਾ ਖਜ਼ਾਨਾ, ਨਾਮ ਦਾ ਖਜ਼ਾਨਾ, ਜਿਹੜਾ ਨਿਰਵੈਰਤਾ ਦਾ ਖਜ਼ਾਨਾ, ਨਿਰਭਉਤਾ ਦਾ ਖਜ਼ਾਨਾ, ਜਦੋਂ ਇਹ ਸਾਰਾ ਕੁਛ ਉਹਨਾਂ ਨੂੰ ਮਿਲ ਗਿਆ, ਪਰ ਇਸ ਦੇ ਨਾਲ ਉਹ ਹੁਣ ਇਹ ਜਿਹੜਾ ਉਹਨਾਂ ਦਾ ਸਫ਼ਰ ਹੈ ਜੇਠੇ ਤੋਂ ਰਾਮਦਾਸ ਹੋ ਜਾਂਦਾ, ਗੁਰੂ ਰਾਮਦਾਸ ਹੋ ਜਾਂਦਾ, ਉਹ ਉਹਨਾਂ ਨੇ ਕਿੱਦਾਂ ਤੈਅ ਕੀਤਾ, ਉਹ ਕਿੱਦਾਂ ਤੈਅ ਹੋਇਆ, ਉਹ ਸਮਝਣਾ ਬੜਾ ਜ਼ਰੂਰੀ ਹੈ। ਜਿਹੜਾ ਸਪਿਰਿਚੁਅਲ DNA ਦੀ ਮੈਂ ਗੱਲ ਕਰ ਰਹੀ ਸੀ, ਉਹ ਸਮਝਣੀ ਬਹੁਤ ਜ਼ਰੂਰੀ ਹੈ। ਉਹ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਨੇ ਸਿਰ ਹੱਥ ਰੱਖਿਆ ਤੇ ਜਿਹੜੀ ਪ੍ਰੀਤ ਹੈ ਉਹ ਉਪਜੀ। ਉਹ ਕਹਿੰਦੇ ਨੇ ਕਿਉਂਕਿ ਇੱਕ ਗੱਲ ਸਮਝ ਲਈਏ, ਕਿਉਂਕਿ ਗੁਰੂ ਪਾਤਸ਼ਾਹ ਸਿੱਧਾ ਕੁਛ ਨਹੀਂ ਲਿਖਣਗੇ, ਮੈਟਾਫੋਰਿਕਲੀ ਲਿਖਿਆ ਜਾਊਗਾ। ਉਹ ਮੈਟਾਫੋਰਸ ਨੂੰ ਸਮਝਣਾ ਬੜਾ ਜ਼ਰੂਰੀ ਆ। ਮਹਾਰਾਜ ਲਿਖਦੇ ਨੇ ਮਸਤਕ ਮਣੀ ਪ੍ਰੀਤ ਬਹੁ ਪ੍ਰਗਟੀ ਹਰ ਨਾਮੇ ਹਰ ਸੁਹਾਇਆ। ਮਸਤਕ ਮਣੀ, ਹੁਣ ਉਹ ਜਿਹੜਾ ਮਣੀ ਹੈ ਉਹ ਗੁਰੂ ਦੇ ਸਿਰ ਹੱਥ ਰੱਖਣ ਨੂੰ ਕਹਿੰਦੇ ਨੇ ਕਿ ਮੇਰੇ ਸਿਰ 'ਤੇ ਜਦੋਂ ਗੁਰੂ ਦਾ ਹੱਥ ਆ ਗਿਆ ਤਾਂ ਮੇਰੇ ਅੰਦਰ ਉਹ ਜਿਹੜੀ ਹਰ ਨਾਮ ਦੇ ਨਾਲ ਉਹ ਪ੍ਰੀਤ ਹੈ ਉਹ ਉਪਜ ਗਈ। ਯਾਨੀ ਕਿ ਜਦ ਤੱਕ ਗੁਰੂ ਅਮਰਦਾਸ ਮਹਾਰਾਜ ਦੇ ਦਰ ਦੇ ਉੱਤੇ ਭਾਈ ਜੇਠਾ ਨਹੀਂ ਆਏ, ਤਦ ਤੱਕ ਉਹ ਜੇਠਾ ਨੇ। ਜਦੋਂ ਉਹ ਉਹਨਾਂ ਦੇ ਦਰ ਦੇ ਉੱਤੇ ਆ ਗਏ ਤਾਂ ਆ ਕੇ ਉਹਨਾਂ ਦੇ ਅੰਦਰੋਂ ਉਹ ਪ੍ਰੀਤ, ਕਿਉਂਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਮਾਤਰ ਦੇ ਨਾਲ ਉਹ ਪ੍ਰੀਤ ਜਿਹੜੀ ਹੈ ਹਰਨਾਮ ਦੇ ਨਾਲ ਉਹ ਪ੍ਰੀਤ ਉਪਜੀ ਆ। ਹੁਣ ਜਿਹੜਾ ਸਪਿਰਿਚੁਅਲ DNA ਦੀ ਆਪਾਂ ਗੱਲ ਕਰ ਰਹੇ ਸੀ, ਉਹ ਥੋੜ੍ਹਾ ਜਿਹਾ ਸਮਝ ਲੱਗਣ ਲੱਗ ਗਈ ਕਿ ਅੱਛਾ ਇਹ ਜਿਹੜੀ ਚੀਜ਼ ਆ ਹੁਣ ਮੈਨੂੰ ਇੱਥੋਂ ਚੇਂਜ ਹੋਣਾ, ਕਿਉਂਕਿ ਪ੍ਰੀਤ ਉਪਜ ਆਈ ਆ। ਜਦੋਂ ਪ੍ਰੀਤ ਉਪਜੀ ਆ ਤੇ ਅਗਲਾ ਸਟੈਪ ਉਹਨਾਂ ਦਾ ਕੀ ਆ, ਫਿਰ ਜਦੋਂ ਤੁਸੀਂ ਤੁਹਾਡੇ ਅੰਦਰ ਪ੍ਰੀਤ ਉਪਜੂਗੀ, ਤੁਹਾਡੇ ਅੰਦਰ ਕਿਸੇ ਨਾਲ ਲਗਾਵ ਉਪਜੂਗਾ, ਤੁਸੀਂ ਉਹਦੀ ਸੇਵਾ ਵਿੱਚ ਵੀ ਲੱਗੋਗੇ। ਅਤੇ ਗੁਰੂ ਪਾਤਸ਼ਾਹ ਫਿਰ ਭਾਈ ਜੇਠਾ ਜੀ ਜਿਹੜੇ ਨੇ ਉਹ ਫਿਰ ਗੁਰੂ ਪਾਤਸ਼ਾਹ ਦੀ ਸੇਵਾ ਦੇ ਵਿੱਚ ਵੀ ਲੱਗਦੇ ਨੇ। ਜਦੋਂ ਉਹ ਸੇਵਾ ਵਿੱਚ ਲੱਗਦੇ ਨੇ ਤਾਂ ਉਸ ਤੋਂ ਅਗਲੀ ਜਿਹੜੀ ਗੱਲ ਹੈ, ਕਿਉਂਕਿ ਜਦੋਂ ਸੇਵਾ ਕਰਨੀ ਸ਼ੁਰੂ ਹੋਊਗੀ ਤਾਂ ਫਿਰ ਅਗਲੀ ਗੱਲ ਆਉਂਦੀ ਆ, ਸੇਵਾ ਦੇ ਵਿੱਚੋਂ ਹੀ ਨਿਕਲ ਕੇ ਆਉਂਦੀ ਆ, ਉਹ ਆ ਸਮਦ੍ਰਿਸ਼ਟੀ। ਕਿਉਂਕਿ ਜਦੋਂ ਤੁਸੀਂ ਸੇਵਾ ਕਰ ਰਹੇ ਆ, ਹੁਣ ਤੁਸੀਂ ਇੱਕ ਤਾਂ ਗੁਰੂ ਦੀ ਸੇਵਾ, ਐਸੇ ਗੁਰੂ ਦੀ ਸੇਵਾ ਕਰ ਰਹੇ ਆ ਜਿਹੜਾ ਆਪਣੇ ਤੋਂ ਦੁਖੀਆਂ ਨੂੰ ਵੀ, ਇੱਕ ਤਪੇ ਦੀ ਗੱਲ ਵੀ ਆਉਂਦੀ ਹੈ, ਜਿਹੜਾ ਗੁਰੂ ਅਮਰਦਾਸ ਮਹਾਰਾਜ ਨੂੰ ਹਮੇਸ਼ਾ ਉੱਥੇ ਹੀ ਬੈਠਾ ਤੇ ਗਾਲਾਂ ਕੱਢੀ ਜਾਂਦਾ ਹੁੰਦਾ ਸੀਗਾ, ਮੰਦਾ ਚੰਗਾ ਬੋਲੀ ਜਾਂਦਾ ਹੁੰਦਾ ਸੀ, ਉਸ ਤਪੇ ਦੀ ਗੱਲ ਵੀ ਆਉਂਦੀ ਆ। ਤਾਂ ਗੁਰੂ ਮਹਾਰਾਜ ਉਸ ਤਪੇ ਨੂੰ ਵੀ ਆਪਣੀ ਉਸ ਜਿਹੜੀ ਡਿਓੜੀ ਆ ਉੱਥੋਂ ਹਟਾਉਂਦੇ ਨਹੀਂ ਨੇ, ਉਹ ਉੱਥੇ ਬੈਠਾ ਰਹਿਣ ਦਿੰਦੇ ਨੇ ਉਹਨੂੰ। ਤਾਂ ਐਸੇ ਗੁਰੂ ਦੀ ਜਦੋਂ ਸੇਵਾ ਕਰਨਗੇ ਤਾਂ ਐਸੇ ਗੁਰੂ ਦੇ ਜਦੋਂ ਲੜ ਲੱਗਣਗੇ ਤਾਂ ਫਿਰ ਉਹਨਾਂ ਨੂੰ
ਉਹ ਤਪੇ ਵਰਗਿਆਂ ਦੀ ਵੀ ਸੇਵਾ ਕਰਨੀ ਹੋਊਗੀ, ਕਿਉਂਕਿ ਉਹ ਜਿਹੜਾ ਤਪਾ ਹੈ ਉਹ ਬੇਸ਼ੱਕ ਗੁਰੂ ਮਹਾਰਾਜ ਨੂੰ ਮੰਦਾ ਚੰਗਾ ਬੋਲ ਰਿਹਾ, ਪਰ ਬੈਠਾ ਗੁਰੂ ਮਹਾਰਾਜ ਦੀ ਸ਼ਰਨ ਦੇ ਵਿੱਚ ਹੀ ਹੈ। ਸੋ ਉਹਨਾਂ ਦੀ ਵੀ ਉਹ ਸੇਵਾ ਦੇ ਵਿੱਚ ਨੇ। ਤਾਂ ਉਹ ਸੇਵਾ ਦੇ ਕਰਕੇ ਇੱਕ ਸਮਦ੍ਰਿਸ਼ਟੀ, ਕਿਉਂਕਿ ਜਦੋਂ ਤੁਸੀਂ ਮਿੱਤਰ ਤੇ ਦੁਸ਼ਮਣ ਸਭ ਨੂੰ ਇੱਕੋ ਤਰ੍ਹਾਂ ਦੇ ਨਾਲ ਸੇਵਾ ਕਰਨੀ ਹੈ, ਤੁਹਾਡੇ ਅੰਦਰ ਭਾਵ ਇਹ ਭਰਿਆ ਜਾਊਗਾ, ਤਾਂ ਉਹ ਸਮਦ੍ਰਿਸ਼ਟੀ ਉਪਜੂਗੀ। ਇਸੇ ਹੀ ਸਮਦ੍ਰਿਸ਼ਟੀ ਦਾ ਜਿਹੜਾ ਪ੍ਰੈਕਟੀਕਲ ਰੂਪ ਹੈ ਉਹ ਸਾਨੂੰ ਭਾਈ ਕਨ੍ਹੱਈਆ ਦੇ ਵਿੱਚ ਜਾ ਕੇ ਲੱਭਦਾ। ਸੋ ਇਹ ਆਪਾਂ ਸਮਝੀਏ ਕਿ ਸਭ ਤੋਂ ਪਹਿਲਾਂ ਉਹ ਲਿਖਦੇ ਨੇ ਕਿ ਜਦੋਂ ਮੈਂ ਗੁਰੂ ਮਹਾਰਾਜ ਨੂੰ ਮਿਲਿਆ, ਗੁਰੂ ਨੂੰ ਦੇਖਿਆ, ਤਾਂ ਉਸ ਗੁਰੂ ਦਾ ਮੇਰੇ ਸਿਰ ਤੇ ਹੱਥ ਹੋਇਆ ਮਸਤਕ ਮਣੀ, ਤੇ ਉਹਦੇ ਵਿੱਚੋਂ ਹੀ ਹਰਨਾਮ ਦੀ ਪ੍ਰੀਤ ਮੇਰੇ ਅੰਦਰ ਉਪਜੀ। ਔਰ ਉਸ ਪ੍ਰੀਤ ਨੂੰ ਉਪਜਣ ਤੋਂ ਬਾਅਦ ਫਿਰ ਉਹ ਸੇਵਾ ਵੱਲ ਜਾਂਦੇ ਨੇ, ਸੇਵਾ ਕਰਦੇ ਨੇ। ਹੁਣ ਉਹ ਜਿਹੜਾ ਸਪਿਰਿਚੁਅਲ DNA ਉਹ ਦੇਖੋ ਹੌਲੀ ਹੌਲੀ ਕਿੱਦਾਂ ਉਹ ਚੇਂਜ ਕਰਦਾ, ਕਿਉਂਕਿ ਗੁਰੂ ਨਾਨਕ ਦਾ ਅਗਰ ਜਿਹੜਾ ਸਪਿਰਿਚੁਅਲ DNA ਉਹਦੇ ਨਾਲ ਕਿੱਦਾਂ ਇਹ ਮਿਲਦਾ ਜਾਊਗਾ, ਔਰ ਸਾਨੂੰ ਸਮਝ ਆਊਗੀ ਕਿ ਜੋਤ ਕਿੱਦਾਂ ਟਰਾਂਸਫਰ ਹੁੰਦੀ ਆ, ਉਹ ਕਿੱਦਾਂ ਗੁਰੂ ਨਾਨਕ ਹੀ ਹੋ ਜਾਂਦੇ ਨੇ। ਤਾਂ ਉਹਨਾਂ ਦੀ ਅੰਦਰੋਂ ਪ੍ਰੀਤ ਉਪਜਦੀ ਹੈ, ਫਿਰ ਉਹ ਸੇਵਾ ਕਰਦੇ ਨੇ। ਸੇਵਾ ਦੇ ਵਿੱਚੋਂ ਫਿਰ ਉਹ ਜਿਹੜੀ ਸਮਦ੍ਰਿਸ਼ਟੀ ਹੈ ਉਹ ਵੀ ਆ ਜਾਂਦੀ ਹੈ। ਔਰ ਇਹ ਗੁਰੂ ਮਹਾਰਾਜ ਦੀ ਆਪਣੀ ਬਾਣੀ ਹੈ, ਉਹ ਬੋਲਦੇ ਨੇ, ਸਭ ਏਕ ਦ੍ਰਿਸ਼ਟ ਸਮਤ ਕਰ ਦੇਖੇ, ਸਭ ਆਤਮ ਰਾਮ ਪਛਾਣੇ ਜੀਓ, ਕਿ ਸਭ ਜਿਹੜੇ ਨੇ ਉਹ ਰਾਮ ਦੀ ਆਤਮਾ ਹੀ ਮੈਂ ਪਛਾਣਦਾ। ਔਰ ਇਹ ਆਇਆ ਕਿੱਥੋਂ? ਇਹ ਸੇਵਾ ਦੇ ਵਿੱਚੋਂ। ਹੁਣ ਸਮਦ੍ਰਿਸ਼ਟੀ ਦਾ ਮਤਲਬ ਸਿਰਫ ਇੱਕ ਵੈਰੀ ਤੇ ਮਿੱਤਰ ਦੀ ਗੱਲ ਨਹੀਂ ਹੈ। ਸਮਦ੍ਰਿਸ਼ਟੀ ਦਾ ਮਤਲਬ ਜਾਤ, ਧਰਮ, ਮਜ਼ਹਬ, ਪਾਤ, ਤੁਹਾਡੀ ਨਸਲ ਕੀ ਹੈ, ਤੁਹਾਡਾ ਰੰਗ ਕੀ ਹੈ, ਇਹ ਸਾਰੀਆਂ ਹੀ ਜਿਹੜੀਆਂ ਕੈਟਾਗਰੀਜ਼ ਨੇ ਉਹ ਡਿਲਿਊਟ ਹੋ ਜਾਂਦੀਆਂ ਜਾਂ ਖ਼ਤਮ ਹੋ ਜਾਂਦੀਆਂ। ਇਹ ਗੱਲ ਆਪਾਂ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਵੀ ਕੈਟਾਗਰੀ ਦਾ ਕੋਈ ਥਾਂ ਨਹੀਂ ਹੈ। ਅਤੇ ਜਦੋਂ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਜਦੋਂ ਲੜ ਲੱਗਦੇ ਨੇ ਭਾਈ ਜੇਠਾ ਜੀ, ਤਾਂ ਉਹਨਾਂ ਦੀ ਜਿਹੜੀ ਪ੍ਰੀਤ ਦੇ ਵਿੱਚੋਂ ਸੇਵਾ ਦੀ ਭਾਵਨਾ, ਔਰ ਸੇਵਾ ਦੀ ਭਾਵਨਾ, ਕਿਉਂਕਿ ਹੁਣ ਜਦੋਂ ਤੁਸੀਂ ਸੇਵਾ ਕਰ ਰਹੇ ਹੋ ਉੱਥੇ ਕਿਸੇ ਜਾਤ ਦਾ ਬੰਦਾ ਆ ਰਿਹਾ, ਕਿਸੇ ਰੰਗ ਦਾ ਬੰਦਾ ਆ ਰਿਹਾ, ਕਿਸੇ ਨਸਲ ਦਾ ਬੰਦਾ ਆ ਰਿਹਾ, ਤੁਹਾਨੂੰ ਉਹਨੂੰ ਦੇਖਣਾ ਹੀ ਨਹੀਂ ਆ, ਕਿਉਂਕਿ ਤੁਹਾਡਾ ਗੁਰੂ ਨਹੀਂ ਦੇਖ ਰਿਹਾ। ਅਤੇ ਜੇ ਤੁਹਾਡਾ ਗੁਰੂ ਨਹੀਂ ਦੇਖ ਰਿਹਾ ਤਾਂ ਤੁਸੀਂ ਦੇਖੋਗੇ ਤਾਂ ਫਿਰ ਤੁਸੀਂ ਗੁਰੂ ਵਾਲੇ ਨਹੀਂ ਹੋਏ ਨਾ, ਫਿਰ ਤੁਸੀਂ ਆਪਣੇ ਗੁਰੂ ਦੀ ਕਹਿਣੀ 'ਚ ਹੀ ਨਹੀਂ। ਤਾਂ ਹੁਣ ਭਾਈ ਜੇਠਾ ਜੀ ਕੀ ਹੈ, ਉਹ ਬਿਲਕੁਲ ਆਪਣੇ ਗੁਰੂ ਦੇ ਵਾਂਗ ਨਾ ਕਿਸੇ ਦੀ ਜਾਤ ਪੁੱਛ ਰਹੇ ਨੇ, ਨਾ ਕਿਸੇ ਦਾ ਧਰਮ ਪੁੱਛ ਰਹੇ ਨੇ, ਨਾ ਕਿਸੇ ਦਾ ਰੰਗ ਪੁੱਛ ਰਹੇ ਨੇ, ਨਾ ਕਿਸੇ ਦੀ ਨਸਲ ਪੁੱਛ ਰਹੇ ਨੇ, ਉਹ ਕੁਛ ਨਹੀਂ ਪੁੱਛ ਰਹੇ। ਉਹ ਸਭ ਦੀ ਸੇਵਾ ਜਿਹੜੀ ਹੈ ਉਹ ਗੁਰੂ ਸਮਝ ਕੇ, ਗੁਰੂ ਰੂਪ ਸਮਝ ਕੇ ਹੀ ਸੰਗਤ ਦੀ ਸੇਵਾ ਕਰ ਰਹੇ ਨੇ। ਸੋ ਉਸ ਦੇ ਵਿੱਚੋਂ ਸਮਦ੍ਰਿਸ਼ਟੀ ਜਿਹੜੀ ਹੈ ਉਹ ਉਪਜਦੀ ਹੈ, ਯਾਨੀ ਕਿ ਨਿਰਵੈਰਤਾ ਉਪਜਦੀ ਹੈ। ਹੁਣ ਇਹ ਜਦੋਂ ਐਸੀ ਸਮਦ੍ਰਿਸ਼ਟੀ ਪੈਦਾ ਹੋਊਗੀ, ਉਸ ਤੋਂ ਬਾਅਦ ਹੀ ਅਗਲਾ ਸਟੈਪ ਆਊਗਾ। ਉਹ ਸਟੈਪ ਕੀ ਹੈ? ਸੇਵਾ ਦੇ ਨਾਲ ਉਹ ਸਤ ਸੰਗਤ ਦੇ ਵਿੱਚ ਵੀ ਬੈਠਣਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਜਦੋਂ ਜਾਤ ਪਾਤ ਦੇ ਵਿੱਚੋਂ ਜਾਂ ਕਿਸੇ ਤਰ੍ਹਾਂ ਦੇ ਵੀ ਕੈਟਾਗਰੀਜ਼ ਦੇ ਵਿੱਚੋਂ ਖਤਮ ਹੋ ਗਏ, ਪ੍ਰੀਤ ਉਹਨਾਂ ਦੇ ਅੰਦਰ ਜਾਗੀ ਹੋਈ ਹੈ। ਗੁਰੂ ਦੀ ਕਿਰਪਾ ਦੇ ਨਾਲ ਭਾਈ ਜੇਠਾ ਦੇ ਅੰਦਰ ਪ੍ਰੀਤ ਜਾਗੀ ਹੋਈ ਹੈ। ਪ੍ਰੀਤ ਦੇ ਜਾਗਣ ਕਰਕੇ ਉਹ ਸੇਵਾ ਕਰ ਰਹੇ ਨੇ। ਸੇਵਾ ਦੇ ਵਿੱਚੋਂ ਉਹਨਾਂ ਦੀ ਜਿਹੜੀ ਆ ਉਹ ਇੱਕ ਸਮਦ੍ਰਿਸ਼ਟੀ ਹੈ। ਤਾਂ ਹੁਣ ਉਹ ਜਿਹਨੂੰ ਵੀ ਦੇਖ ਰਹੇ ਨੇ ਉਹ ਸਾਰੇ ਹੀ ਉਹਨਾਂ ਨੂੰ ਗੁਰੂ ਰਾਮਦਾਸ ਮਹਾਰਾਜ ਦਾ ਹੀ ਰੂਪ ਲੱਗ ਰਹੇ ਨੇ। ਉਹ ਲੱਗ ਰਹੇ ਨੇ ਕਿ ਸੰਗਤ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਹੀ ਬੈਠੇ ਹੋਏ ਨੇ, ਅਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਸੰਗਤ ਕਰਨ ਦੇ ਲਈ ਉਹਨਾਂ ਨੂੰ ਸਪੈਸੀਫਿਕਲੀ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਜਾਣਾ ਨਹੀਂ ਪੈਂਦਾ। ਉਹ ਸੰਗਤ ਦੇ ਵਿੱਚ ਹੀ ਗੁਰੂ ਅਮਰਦਾਸ ਪਾਤਸ਼ਾਹ ਨੂੰ ਲੱਭ ਲੈਂਦੇ ਨੇ। ਇਸ ਗੱਲ ਦਾ ਜ਼ਿਕਰ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਵੀ ਉਹ ਕੀਤਾ ਸੀ, ਜਿਹਦੇ ਵਿੱਚ ਉਹ ਸਾਖੀ ਆਉਂਦੀ ਹੈ ਕਿ ਮਹਾਰਾਜ ਉਹਨਾਂ ਨੂੰ ਪੁੱਛਦੇ ਨੇ, ਗੁਰੂ ਅਮਰਦਾਸ ਪਾਤਸ਼ਾਹ ਕਿਸੇ ਨੂੰ ਪੁੱਛਦੇ ਨੇ, ਕਿਸੇ ਸਿੱਖ ਨੂੰ, ਕਿ ਕੀ ਗੱਲ ਅੱਜ ਕੱਲ੍ਹ ਜੇਠਾ ਜੀ ਦਿਖਦੇ ਨਹੀਂ? ਤਾਂ ਉਹ ਕਹਿੰਦੇ ਜੀ ਉਹ ਸਾਰਾ ਦਿਨ ਸੇਵਾ ਹੀ ਕਰੀ ਜਾਂਦੇ ਨੇ। ਅਤੇ ਉਹ ਫਿਰ ਗੁਰੂ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਖੁਸ਼ ਵੀ ਹੁੰਦੇ ਨੇ, ਔਰ ਉਹ ਕਹਿੰਦੇ ਵੀ ਨੇ ਕਿ ਉਹਨੇ ਸੰਗਤ ਦੇ ਵਿੱਚੋਂ ਹੀ ਮੇਰੇ ਦਰਸ਼ਨ ਕਰਨੇ ਸਿੱਖ ਲਏ ਆ। ਸੋ ਹੁਣ ਉਹ ਜਿਹੜਾ ਇੱਕ ਸਰੀਰ ਨਾਲੋਂ, ਕਿਉਂਕਿ ਹੁਣ ਗੁਰੂ ਅਮਰਦਾਸ ਪਾਤਸ਼ਾਹ ਭਾਈ ਜੇਠੇ ਦੇ ਲਈ ਕੇਵਲ ਇੱਕ ਸਰੀਰ ਮਾਤਰ ਨਹੀਂ ਰਹਿ ਗਏ ਕਿ ਆਹ ਸਰੀਰ ਹੈ ਅਤੇ ਮੈਂ ਇਹਦੇ ਨਾਲ ਲੱਗਣਾ, ਨਹੀਂ। ਉਹ ਉਹਨਾਂ ਦੀ ਜਿਹੜਾ ਗਿਆਨ ਹੈ ਉਹਦੇ ਨਾਲ ਜੁੜ ਗਏ ਆ, ਔਰ ਉਸੇ ਗਿਆਨ ਨੂੰ ਉਹ ਪੂਰੀ ਸਤ ਸੰਗਤ ਦੇ ਵਿੱਚ, ਜਿਹੜੀ ਸਾਧ ਸੰਗਤ ਬੈਠੀ ਹੈ, ਉਹਦੇ ਵਿੱਚੋਂ ਵੀ ਲੱਭਣਾ ਸ਼ੁਰੂ ਕਰ ਦਿੰਦੇ ਨੇ। ਇਸ ਕਰਕੇ ਉਹ ਜਦੋਂ ਸਤਸੰਗ ਕਰਦੇ ਨੇ, ਜਦੋਂ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਸੁਣਨਾ ਸ਼ੁਰੂ ਕਰ ਦਿੰਦੇ ਨੇ, ਤਾਂ ਉਹ ਉਹਨਾਂ ਦਾ ਇੱਕ ਨੈਕਸਟ ਸਟੈਪ ਹੋ ਜਾਂਦਾ ਉਹ ਸਪਿਰਿਚੁਅਲ DNA ਵੱਲ ਵਧਣ ਦਾ। ਹੁਣ ਉਹ ਕਹਿੰਦੇ ਨੇ, ਔਰ ਉਹਦੇ ਵਿੱਚੋਂ ਜਦੋਂ ਕੀਰਤਨ ਸੁਣਦੇ ਨੇ ਤਾਂ ਉਹਨਾਂ ਦੇ ਇੱਕ ਅੰਦਰ ਇੱਕ ਚਾਅ, ਇੱਕ ਰਸ ਪੈਦਾ ਹੋਣਾ ਸ਼ੁਰੂ ਹੁੰਦਾ ਹੈ ਨਾ। ਕੀਰਤਨ ਦੇ ਵਿੱਚੋਂ, ਕਥਾ ਕੀਰਤਨ ਦੇ ਵਿੱਚੋਂ ਰਸ ਪੈਦਾ ਹੁੰਦਾ। ਔਰ ਗੁਰੂ ਮਹਾਰਾਜ ਆਪ ਲਿਖਦੇ ਨੇ, ਸਤ ਸੰਗਤ ਮਨ ਭਾਈ ਹਰ ਰਸਨ ਰਸਾਈ, ਵਿੱਚ ਸੰਗਤ ਹਰ ਰਸ ਹੋਏ ਜੀਓ।
ਇਸ ਉਸ ਸੰਗਤ ਦੇ ਵਿੱਚ ਆ ਕੇ ਉਹਨਾਂ ਨੂੰ ਜਿਹੜਾ ਉਹ ਰਸ ਹੈ ਜੋ ਉਹਨਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਬੈਠ ਕੇ ਮਿਲਦਾ ਸੀ, ਉਹੀ ਉਹਨਾਂ ਨੂੰ ਸਾਧ ਸੰਗਤ ਦੇ ਵਿੱਚ ਮਿਲਣਾ ਸ਼ੁਰੂ ਹੋ ਗਿਆ। ਔਰ ਸਾਧ ਸੰਗਤ ਦੇ ਨਾਲ ਨਾਲ ਜੋ ਕੀਰਤਨ ਹੋ ਰਿਹਾ ਹੈ, ਜੋ ਗੁਰੂ ਦੀ ਬਾਣੀ ਦਾ ਨਿਰੰਤਰ ਪ੍ਰਵਾਹ ਹੋ ਰਿਹਾ ਹੈ, ਉਸ ਪ੍ਰਵਾਹ ਦੇ ਵਿੱਚੋਂ ਵੀ ਉਹਨਾਂ ਨੂੰ ਗੁਰੂ ਅਮਰਦਾਸ ਹੀ ਦਿਖਣੇ ਸ਼ੁਰੂ ਹੋ ਗਏ। ਯਾਨੀ ਕਿ ਹੁਣ ਉਹਨਾਂ ਦਾ ਗੁਰੂ ਜਿਹੜਾ ਹੈ ਉਹ ਸਿਰਫ ਇੱਕ ਸਰੀਰ ਨਾ ਰਹਿ ਕੇ ਉਹ ਗਿਆਨ ਹੁੰਦਾ ਜਾ ਰਿਹਾ ਹੈ। ਸੋ ਉਹ ਗੁਰੂ ਨਾਨਕ ਇਸ ਕਰਕੇ ਹੁੰਦੇ ਜਾ ਰਹੇ ਨੇ ਕਿਉਂਕਿ ਗੁਰੂ ਨਾਨਕ ਨੂੰ ਵੀ ਜਦੋਂ ਪੁੱਛਿਆ ਜਾਂਦਾ ਕੌਣ ਗੁਰੂ ਕਿਸਕਾ ਤੂੰ ਚੇਰਾ, ਤਾਂ ਉਹ ਕਹਿੰਦੇ ਨੇ ਸ਼ਬਦ ਗੁਰੂ ਸੁਰਤ ਤੁਨ ਚੇਲਾ। ਇਹ ਗੱਲ ਮੈਂ ਬਹੁਤ ਵਾਰ ਬੋਲੂੰਗੀ ਕਿਉਂਕਿ ਇਹ ਗੱਲ ਸਾਨੂੰ ਫੜਨੀ ਆ, ਸਾਨੂੰ ਇਹ ਸਮਝਣੀ ਆ ਕਿ ਸਾਡਾ ਗੁਰੂ ਜੋ ਹੈ ਉਹ ਸ਼ਬਦ ਗੁਰੂ ਹੈ। ਗੁਰੂ ਜਦੋਂ ਭਾਈ ਜੇਠਾ ਜੀ ਜਿਹੜੇ ਨੇ ਉਹ ਸਾਧ ਸੰਗਤ ਦੇ ਵਿੱਚ ਗੁਰੂ ਅਮਰਦਾਸ ਨੂੰ ਲੱਭਣਾ ਸ਼ੁਰੂ ਕਰਦੇ ਨੇ। ਗੁਰੂ ਅਮਰਦਾਸ ਨੂੰ ਲੱਭਦੇ, ਫਿਰ ਉਹ ਕੀਰਤਨ ਸੁਣਦੇ, ਕੀਰਤਨ ਦੇ ਵਿੱਚੋਂ ਰਸ, ਅਤੇ ਕੀਰਤਨ ਦੇ ਵਿੱਚ ਫਿਰ ਉਹਨਾਂ ਨੂੰ ਜਿਹੜਾ ਹੈ ਉਹਨਾਂ ਦਾ ਜਿਹੜਾ ਗੁਰੂ ਹੈ ਹੁਣ ਉਹ ਦੇਹ ਦੇ ਵਿੱਚੋਂ ਨਿਕਲ ਕੇ ਸ਼ਬਦ ਵੱਲ ਹੋ ਗਿਆ। ਉਹ ਸ਼ਬਦ ਦੇ ਲੜ ਲੱਗ ਗਏ ਔਰ ਉਦੋਂ ਉਹ ਬਕਾਇਦਾ ਲਿਖਦੇ ਨੇ ਕਿਉਂਕਿ ਸਾਧ ਸੰਗਤ ਦੇ ਵਿੱਚੋਂ ਇਹਨਾਂ ਨੂੰ ਸ਼ਬਦ ਦੀ ਵੀ ਸੋਝੀ ਮਿਲਦੀ ਹੈ ਨਾ, ਔਰ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਆ ਕਿ ਜੇ ਕੋਈ ਪਾਰ ਉਤਾਰਾ ਕਰ ਸਕਦਾ ਹੈ ਤਾਂ ਉਹ ਸਿਰਫ ਸ਼ਬਦ ਹੈ। ਔਰ ਉਹ ਲਿਖਦੇ ਨੇ ਕਾਢ ਲਵੇ ਸ਼ਬਦ ਸੁਭਾਏ ਜਿਉ, ਕਿ ਇਸ ਭਵਜਲ ਦੇ ਵਿੱਚੋਂ ਜੇ ਕੋਈ ਕੱਢ ਸਕਦਾ ਹੈ ਤਾਂ ਉਹ ਸਿਰਫ ਸ਼ਬਦ ਹੈ। ਸੋ ਗੁਰੂ ਅਮਰਦਾਸ ਹੁਣ ਉਹਨਾਂ ਵਾਸਤੇ ਸ਼ਬਦ ਰੂਪ ਹੋ ਗਏ ਨੇ। ਔਰ ਜਦੋਂ ਤੁਸੀਂ ਆਪਣੇ ਗੁਰੂ ਨੂੰ ਵਾਕਈ ਇਸ ਤਰੀਕੇ ਨਾਲ ਸਮਝਣਾ ਸ਼ੁਰੂ ਹੋ ਗਏ ਭਾਈ ਜੇਠਾ ਜੀ, ਉਸ ਤੋਂ ਬਾਅਦ ਉਹ ਬਿਲਕੁਲ ਕਿਉਂਕਿ ਉਹ ਨਿਰਵੈਰ ਵੀ ਹੋ ਗਏ, ਉਹ ਨਿਰਭਉ ਵੀ ਹੋ ਗਏ, ਉਹ ਇੱਕ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਵੀ ਆ ਗਏ, ਅਕਾਲ ਪੁਰਖ ਨੂੰ ਸਜਦਾ ਵੀ ਉਹ ਕਰਨ ਲੱਗ ਗਏ। ਪਰ ਉਸ ਦੇ ਨਾਲ ਜਿਹੜਾ ਇੱਕ ਸਰੀਰ ਦਾ ਇੱਕ ਬੈਰੀਅਰ ਹੁੰਦਾ ਆ ਉਹਨਾਂ ਉਹ ਵੀ ਖ਼ਤਮ ਕਰ ਲਿਆ। ਸੋ ਉਹ ਜਿਹੜਾ DNA, ਜਿਹੜਾ ਸਪਿਰਿਚੁਅਲ DNA ਹੈ ਉਹਨਾਂ ਦਾ, ਉਹ ਬਿਲਕੁਲ ਗੁਰੂ ਨਾਨਕ ਦਾ DNA ਬਣ ਗਿਆ। ਸੋ ਆਪਾਂ ਇਹਨੂੰ ਕਹਿੰਦੇ ਹਾਂ ਕਿ ਜੋਤ ਗੁਰੂ ਨਾਨਕ ਦੀ ਜਿਹੜੀ ਹੈ ਉਹ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਆ ਗਈ। ਇਸ ਤਰੀਕੇ ਨਾਲ ਜੋਤ ਅੱਗੇ ਜਾਂਦੀ ਹੈ। ਸੋ ਇਹ ਨਹੀਂ ਹੈ ਕਿ ਕੋਈ ਇੱਕ ਪਰਟੀਕੂਲਰ ਲਾਈਟ ਜਿਹੜੀ ਆ ਉਹ ਗੁਰੂ ਨਾਨਕ ਚੋਂ ਨਿਕਲਦੀ ਹੈ ਤੇ ਉਹਨਾਂ ਦੇ ਵਿੱਚ ਚਲ ਜਾਂਦੀ, ਇੱਦਾਂ ਨਹੀਂ ਹੁੰਦਾ। ਬਕਾਇਦਾ ਉਹਨਾਂ ਦੇ ਜਿਹੜਾ ਇੱਕ ਟਰਾਂਸਫੋਰਮੇਸ਼ਨ ਹੈ। ਤਾਂ ਹੀ ਮੈਂ ਬਾਰ-ਬਾਰ ਕਹਿੰਦੀ ਹਾਂ ਕਿ ਸਾਨੂੰ ਕੋਈ ਮਤਲਬ ਨਹੀਂ ਕਿ ਗੁਰੂ ਜਦੋਂ ਤੱਕ ਉਹ ਗੁਰੂ ਨਹੀਂ ਬਣਦੇ ਉਸ ਤੋਂ ਪਹਿਲਾਂ ਉਹ ਕੀ ਕਰ ਰਹੇ ਸੀ। ਬਹੁਤ ਵਾਰ ਇਹ ਗੱਲ ਆਉਂਦੀ ਹੈ ਜੀ ਉਹ ਤਾਂ ਪਹਿਲਾਂ ਜਿਹੜੇ ਗੁਰੂ ਪਾਤਸ਼ਾਹ ਨੇ ਉਹ ਤਾਂ ਪਹਿਲਾਂ ਕਿਸੇ ਦੇਵੀ ਦੇ ਉਪਾਸਕ ਸੀ, ਇਹ ਗੱਲ ਆਉਂਦੀ ਆ ਹੈ ਨਾ। ਤਾਂ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਕਿ ਉਹ ਦੇਵੀ ਦੇ ਉਪਾਸਕ ਸੀ ਕਿ ਨਹੀਂ ਸੀ। ਸਾਨੂੰ ਇਹ ਦੇਖਣਾ ਹੈ ਕਿ ਜਦੋਂ ਉਹਨਾਂ ਦਾ ਸਪਿਰਿਚੁਅਲ DNA ਗੁਰੂ ਨਾਨਕ ਦਾ ਹੋ ਗਿਆ ਫਿਰ ਉਹਨਾਂ ਨੇ ਕੀ ਕਿਹਾ, ਔਰ ਸਪਿਰਿਚੁਅਲ DNA ਦਾ ਨਾਮ ਹੀ ਜੋਤ ਹੈ, ਜਿੰਨੀ ਕੁ ਮੈਨੂੰ ਸਮਝ ਆਉਂਦੀ ਹੈ। ਜੇਕਰ ਮੈਂ ਕਿਤੇ ਕੁਛ ਗਲਤ ਬੋਲ ਰਹੀ ਹਾਂ ਤਾਂ ਤੁਸੀਂ ਮੈਨੂੰ ਬਕਾਇਦਾ ਲਿਖ ਕੇ ਦੱਸ ਸਕਦੇ ਹਾਂ, ਮੈਂ ਉਹਨੂੰ ਹੋਰ ਕੰਟੈਂਪਲੇਟ ਕਰਕੇ ਆਪਾਂ ਹੋਰ ਸੋਚ ਕੇ ਇਹਨੂੰ ਆਪਾਂ ਅੱਗੇ ਦੇਖ ਸਕਦੇ ਹਾਂ। ਸੋ ਇਸ ਗੱਲ ਨੂੰ ਸਾਨੂੰ ਸਮਝਣਾ ਪਊਗਾ ਕਿ ਉਸ ਤੋਂ ਪਹਿਲਾਂ ਉਹ ਕੀ ਸੀ, ਉਹ ਕਿਸ ਦੇਵੀ ਨੂੰ ਮੰਨਦੇ ਸੀ, ਉਹ ਨੈਣਾ ਦੇਵੀ ਦੇ ਜਾਂਦੇ ਸੀ, ਉਹ ਕਿੱਥੇ ਜਾਂਦੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ। ਉਹ ਕੁਛ ਵੀ ਹੋ ਸਕਦੇ ਆ। ਪਰ ਜਿਸ ਸਮੇਂ ਉਹ ਗੁਰੂ ਦੇ ਘਰ ਦੇ ਵਿੱਚ ਆ ਗਏ, ਉਹ ਗੁਰੂ ਨੂੰ ਨਤਮਸਤਕ ਹੋ ਗਏ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ, ਉਹ ਗੁਰੂ ਨਾਨਕ ਦੇ ਘਰ ਨੂੰ ਆ ਕੇ ਨਤਮਸਤਕ ਹੋ ਗਏ। ਉਸ ਤੋਂ ਬਾਅਦ ਉਹ ਫਿਰ ਜਦੋਂ ਉਹਨਾਂ ਦਾ ਜਿਹੜਾ ਉੱਥੋਂ ਸਫ਼ਰ ਸ਼ੁਰੂ ਹੁੰਦਾ ਔਰ ਉਹ ਸਫ਼ਰ ਦੇ ਵਿੱਚ ਉਹ ਸੇਵਾ ਦੇ ਗੁਰੂ ਅਮਰਦਾਸ ਪਾਤਸ਼ਾਹ ਸੇਵਾ ਦੇ ਪੁੰਜ ਬਣ ਕੇ ਨਿਕਲਦੇ ਨੇ ਔਰ ਉਹ ਕਿਸ ਤਰੀਕੇ ਨਾਲ ਉਹ ਸੇਵਾ ਕਰਦੇ ਨੇ ਹੈ ਨਾ, ਉਹ ਸਾਨੂੰ ਸਭ ਨੂੰ ਪਤਾ। ਗੁਰੂ ਅੰਗਦ ਦੇਵ ਪਾਤਸ਼ਾਹ ਦੀ ਉਹ ਜਦੋਂ ਸੇਵਾ ਕਰਦੇ ਨੇ, ਹੁਣ ਉਸ ਤੋਂ ਪਹਿਲਾਂ ਉਹ ਕਿਹਨੂੰ ਮੰਨ ਰਹੇ ਨੇ, ਉਹ ਕੀ ਕਹਿ ਰਹੇ ਨੇ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ। ਜਦੋਂ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਮਿਲ ਲੈਂਦੇ ਨੇ ਉਦੋਂ ਉਹ ਸਾਡੇ ਲਈ ਸੰਗਤ ਰੂਪ ਹੋ ਜਾਂਦੇ ਨੇ। ਫਿਰ ਜਦੋਂ ਉਹਨਾਂ ਦਾ ਹੌਲੀ ਹੌਲੀ ਸਪਿਰਿਚੁਅਲ DNA ਇੰਨੇ ਸਾਲਾਂ ਦੀ ਸੇਵਾ ਤੋਂ ਬਾਅਦ ਚੇਂਜ ਹੁੰਦਾ ਆ ਔਰ ਉਹ ਸਪਿਰਿਚੁਅਲ DNA ਗੁਰੂ ਨਾਨਕ ਦੇ ਨਾਲ ਸਿਮਿਲਰ ਹੋ ਜਾਂਦਾ, ਗੁਰੂ ਨਾਨਕ ਵਰਗਾ ਹੀ ਹੋ ਜਾਂਦਾ, ਤਾਂ ਉਸ ਸਮੇਂ ਆਪਾਂ ਉਹਨਾਂ ਨੂੰ ਕਹਿੰਦੇ ਨੇ ਕਿ ਇਹ ਹੁਣ ਗੁਰੂ ਅਮਰਦਾਸ ਪਾਤਸ਼ਾਹ ਬਣ ਗਏ। ਔਰ ਜੋ ਸਾਡੇ ਗੁਰੂ ਅਮਰਦਾਸ ਮਹਾਰਾਜ ਨੇ ਉਹ ਸਾਨੂੰ ਕੀ ਕਹਿੰਦੇ ਨੇ, ਉਹ ਮੇਰੇ ਗੁਰੂ ਦਾ ਆਦੇਸ਼ ਹੈ। ਸੋ ਇਸ ਤਰੀਕੇ ਨਾਲ ਆਪਾਂ ਨੂੰ ਸਮਝਣਾ ਪਊਗਾ ਕਿ ਕਿਸ ਤਰੀਕੇ ਨਾਲ ਜਦੋਂ ਆਪਾਂ ਜੋਤ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਇਹਨੂੰ ਇੱਕ ਰੀਜ਼ਨ ਦੇ ਨਾਲ ਦੇਖਣਾ ਪਊਗਾ ਕਿ ਜੋਤ ਇੰਝ ਹੀ ਨਹੀਂ ਕਿ ਇੱਦਾਂ ਚਲੇਗੀ, ਉਹ ਬਕਾਇਦਾ ਟਰਾਂਸਫੋਰਮੇਸ਼ਨਸ ਹੁੰਦੀਆਂ। ਕਿਹਦੇ 'ਚੋਂ ਟਰਾਂਸਫੋਰਮੇਸ਼ਨ ਕਿੰਨੀ ਛੇਤੀ ਹੋਣੀ ਹੈ ਇਹ ਗੁਰੂ ਜਾਣਦਾ। ਕਿਸੇ ਵਾਸਤੇ ਉਹ ਸਾਲਾਂ ਦੇ ਸਾਲ ਲੱਗ ਸਕਦੇ ਆ, ਕਿਸੇ ਵਾਸਤੇ ਉਹ ਬਹੁਤ ਛੋਟੀ ਉਮਰ ਦੇ ਵਿੱਚ ਵੀ, ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਵਿੱਚ ਉਹ ਬਹੁਤ ਛੋਟੀ ਉਮਰ ਦੇ ਵਿੱਚ ਵੀ ਹੋ ਜਾਂਦਾ। ਇਹਦਾ ਜਿਹੜਾ ਡਿਸੀਜਨ ਹੈ ਇਹ ਉਹ ਗੁਰੂ ਦਾ, ਉਸ ਅਕਾਲ ਪੁਰਖ ਦਾ ਹੈ ਕਿ ਉਹਨੇ ਕਿਹਦਾ ਜਿਹੜਾ DNA ਹੈ ਉਹ ਸਪਿਰਿਚੁਅਲ DNA ਹੈ ਉਹ ਗੁਰੂ ਨਾਨਕ ਦਾ ਬਣਾ ਦੇਣਾ। ਇਹ ਉਹਦੀ ਮਰਜ਼ੀ ਹੈ, ਉਹ ਸਾਨੂੰ ਸਾਡਾ ਕੋਈ ਮਤਲਬ ਨਹੀਂ ਜਾਂ ਸਾਡੀ ਸਮਝ ਤੋਂ ਪਾਰ ਦੀ ਗੱਲ ਹੈ।
ਸੋ ਅੱਜ ਦੀਆਂ ਮੇਰੀਆਂ ਇੰਨੀਆਂ ਕੀ ਜਿਹੜੀਆਂ ਬੇਨਤੀਆਂ ਨੇ ਉਹ ਪ੍ਰਵਾਨ ਕਰਨਾ, ਕਿਉਂਕਿ ਅੱਜ ਦਾ ਜਿਹੜਾ ਆਪਣਾ ਐਪੀਸੋਡ ਸੀ ਇਹ ਜ਼ਰੂਰੀ ਸੀਗਾ ਕਿ ਉਹ ਭਾਈ ਜੇਠੇ ਤੋਂ ਉਹਨਾਂ ਦਾ ਗੁਰੂ ਰਾਮਦਾਸ ਹੋ ਜਾਣ ਦਾ ਸਫ਼ਰ ਹੈ ਕੀ। ਇਸ ਤੋਂ ਅਗਲੇ ਜਿਹੜੇ ਆਪਾਂ ਅਗਲੇ ਪੁਆਇੰਟਸ ਦੇ ਉੱਪਰ ਅਗਲੇ ਐਪੀਸੋਡਸ ਵਿੱਚ ਡਿਸਕਸ਼ਨ ਕਰਾਂਗੇ। ਆਪ ਆਪਣੀਆਂ ਜਿਹੜੀਆਂ ਈਮੇਲਸ ਨੇ ਉਹ ਮੈਨੂੰ ਜ਼ਰੂਰ ਭੇਜਣਾ। ਅੱਜ ਦਾ ਪ੍ਰੋਗਰਾਮ ਇਹਦੇ 'ਚ ਕੋਈ ਕਮੀ ਪੇਸ਼ੀ, ਕੋਈ ਵੀ ਕਿਸੇ ਤਰ੍ਹਾਂ ਦਾ ਵੀ ਸੁਜੈਸ਼ਨ, ਉਹ ਮੈਨੂੰ ਤੁਸੀਂ ਜ਼ਰੂਰ ਲਿਖ ਕੇ ਭੇਜਣਾ। ਮੈਂ ਕੋਸ਼ਿਸ਼ ਕਰਾਂਗੀ ਕਿ ਅਗਲੇ ਐਪੀਸੋਡਸ ਦੇ ਵਿੱਚ ਉਹ ਜਿਹੜੀਆਂ ਕਮੀਆਂ ਪੇਸ਼ੀਆਂ ਤੁਸੀਂ ਦੱਸੋਗੇ ਉਹਨਾਂ ਨੂੰ ਮੈਂ ਉਹਨਾਂ 'ਤੇ ਕੰਮ ਕਰ ਸਕਾਂ, ਵਰਕਆਊਟ ਕਰ ਸਕਾਂ। ਅੱਜ ਦੀਆਂ ਮੇਰੀਆਂ ਇੰਨੀਆਂ ਕਿ ਬੇਨਤੀਆਂ ਸਵੀਕਾਰ ਕਰਨਾ। ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡਸ ਨੰਬਰ 1 ਸਿੱਖ ਮੀਡੀਆ ਅਕਾਲ ਚੈਨਲ ਦਾ ਸਿੱਖੀ ਤੇ ਆਧਾਰਿਤ ਬੇਹੱਦ ਹੀ ਹਰਮਨ ਪਿਆਰਾ ਪ੍ਰੋਗਰਾਮ ਕਿਰਦਾਰੇ ਖਾਲਸਾ ਅਕਾਲ ਚੈਨਲ ਦੇ ਨਾਲ-ਨਾਲ ਹੁਣ ਪੋਡਕਾਸਟ ਦੇ ਹੋਰ ਨੈਟਵਰਕਸ ਸਪੋਟੀਫਾਈ, ਗੂਗਲ ਪੋਡਕਾਸਟ, ਐਮਾਜ਼ਨ ਆਡੀਬਲ ਅਤੇ ਐਪਲ ਪੋਡਕਾਸਟ ਤੇ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ ਜੀ।